ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਅੰਮ੍ਰਿਤਮਈ ਬਚਨਾਂ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਚੌਥਾ। ਵਣਜਾਰਾ। ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ। ਮਨ ਹਰ ਹਰ ਲੱਗਾ ਚਾਓ, ਗੁਰ ਪੂਰੈ ਨਾਮ ਦ੍ਰਿੜਾਇਆ। ਹਰ ਮਿਲਿਆ ਹਰ ਪ੍ਰਭ ਨਾਉ, ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਸ਼੍ਰੀ ਰਾਗ ਦੇ ਵਿੱਚ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਗਿਆ ਪਾਵਨ ਸ਼ਬਦ, ਜਿਸ ਵਿੱਚੋਂ ਅੱਜ ਦੇ ਅੰਮ੍ਰਿਤਮਈ ਬਚਨ ਆਪ ਜੀ ਨੇ ਸਰਵਨ ਕੀਤੇ ਹਨ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 82 ਦੇ ਉੱਪਰ ਸੁਭਾਏਮਾਨ ਨੇ। ਸ਼ਬਦ ਦਾ ਕੇਂਦਰੀ ਭਾਵ ਰਹਾਉ। ਰਹਾਉ ਦਾ ਮਤਲਬ ਰੁਕਣਾ, ਵਿਸ਼ਰਾਮ ਦੇਣਾ, ਔਰ ਇਸ ਪਾਵਨ ਪੰਗਤੀਆਂ ਨੂੰ ਸਮਝ ਕੇ ਚੱਲਣਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਵਰ ਦੇ ਵਾਹਿਗੁਰੂ ਜੀ ਦੇ ਨਾਮ ਦੇ ਪ੍ਰਤੀ ਚਾਉ ਪੈਦਾ ਹੋਇਆ। ਸਤਿਗੁਰੂ ਨੇ ਉਹਨਾਂ ਨੂੰ ਨਾਮ ਦ੍ਰਿੜ ਕਰਵਾਇਆ। ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਨਾਮ ਦ੍ਰਿੜ ਕਰਵਾ ਦਿੱਤਾ, ਉਹ ਫਿਰ ਇੱਕ ਦਿਨ ਪਰਮੇਸ਼ਵਰ ਦੇ ਨਾਮ ਦੇ ਆਸਰੇ ਵਾਹਿਗੁਰੂ ਜੀ ਦਾ ਮਿਲਾਪ ਹਾਸਲ ਕਰ ਲੈਂਦੇ ਨੇ। ਹੁਣ ਇਹਦੇ ਵਿੱਚੋਂ ਜਿਹੜੀਆਂ ਗੱਲਾਂ ਸਮਝਣ ਵਾਲੀਆਂ, ਸਭ ਤੋਂ ਪਹਿਲਾਂ ਤਾਂ ਸਾਡੇ ਮਨ ਵਿੱਚ ਚਾਉ ਪੈਦਾ ਹੋਣਾ ਚਾਹੀਦਾ ਹੈ। ਜੇ ਪਿਆਸ ਹੋਏਗੀ ਤਾਂ ਹੀ ਪਾਣੀ ਦੀ ਮੰਗ ਹੋਏਗੀ ਤੇ ਪਾਣੀ ਮਿਲੇਗਾ। ਭੁੱਖ ਹੋਏਗੀ ਤਾਂ ਭੋਜਨ ਦੀ ਮੰਗ ਕਰਾਂਗੇ, ਭੋਜਨ ਮਿਲੇਗਾ। ਤੇ ਜੇ ਪਿਆਸ ਨਹੀਂ, ਫਿਰ ਸਾਨੂੰ ਕੋਈ ਭਾਵੇਂ ਜਿੰਨਾ ਮਰਜ਼ੀ ਮਿੱਠਾ ਪਦਾਰਥ ਦੇਵੇ, ਅਸੀਂ ਉਹਦੀ ਮੰਗ ਵੀ ਨਹੀਂ ਕਰਾਂਗੇ ਤੇ ਉਸ ਪਾਸੇ ਨੂੰ ਮੂੰਹ ਵੀ ਨਹੀਂ ਕਰਾਂਗੇ। ਜੇ ਸਾਨੂੰ ਭੁੱਖ ਨਹੀਂ ਤੇ ਜਿੰਨੇ ਮਰਜ਼ੀ ਵਧੀਆ ਪਕਵਾਨ ਬਣੇ ਹੋਣ ਖਾਣ ਵਾਲੇ, ਕੋਈ ਸਾਨੂੰ ਧੱਕੇ ਨਾਲ ਵੀ ਖਵਾਉਂਦਾ ਹੋਵੇ, ਅਸੀਂ ਇਨਕਾਰ ਕਰ ਦਿਆਂਗੇ ਤੇ ਮੂੰਹ ਪਰੇ ਕਰ ਲਾਂਗੇ, ਕਿਉਂਕਿ ਭੁੱਖ ਨਹੀਂ ਹੈ। ਇਸ ਲਈ ਪਰਮੇਸ਼ਵਰ ਦੇ ਨਾਮ ਨਾਲ ਜੁੜਨ ਲਈ ਜੇ ਅੰਦਰ ਚਾਉ ਹੀ ਨਹੀਂ ਹੈ, ਜੇ ਚਾਹਤ ਹੀ ਨਹੀਂ ਹੈ ਅੰਦਰੋਂ, ਤੇ ਫਿਰ ਅਸੀਂ ਪਰਮੇਸ਼ਵਰ ਦੇ ਨਾਮ ਨਾਲ ਨਹੀਂ ਜੁੜ ਸਕਾਂਗੇ। ਜੇ ਚਾਹਤ ਹੋਏਗੀ, ਉੱਥੇ ਹੀ ਗੁਰੂ ਸਾਹਿਬ ਮਹਾਰਾਜ ਜੀ ਦੀ ਕਿਰਪਾ ਵਰਤੇਗੀ। ਅਸੀਂ ਗੁਰੂ ਸਾਹਿਬ ਜੀ ਦੇ ਦਰ ਤੇ ਆਉਣਾ ਹੈ ਭਾਵਨਾ ਦੇ ਨਾਲ।
ਜਿੱਥੇ ਬੱਧਾ ਚੱਟੀ ਵਾਲਾ ਕੰਮ ਹੁੰਦਾ ਉੱਥੇ ਰਸ ਨਹੀਂ ਬਣਦਾ। ਬੱਧਾ ਚੱਟੀ ਦਾ ਮਤਲਬ ਹੁੰਦਾ ਹੈ ਕਿ ਗੁਰੂ ਸਾਹਿਬ ਜੀ ਦੇ ਦਰ ਤੇ ਆਇਆ ਤੇ ਹਾਂ, ਪਰ ਆਪਣੀ ਮਰਜ਼ੀ ਦੇ ਨਾਲ ਨਹੀਂ, ਕਿਸੇ ਦਾ ਲਿਹਾਜ਼ ਕਰਕੇ ਜਾਂ ਕਿਸੇ ਦਾ ਮੂੰਹ ਰੱਖਣ ਵਾਸਤੇ। ਸੇਵਾ ਦੇ ਵਿੱਚ ਮਨ ਨਹੀਂ ਲੱਗਦਾ, ਮਨ ਨਹੀਂ ਕਰਦਾ ਵੀ ਸੇਵਾ ਕਰਾਂ, ਪਰ ਕੀ ਕਰਾਂ, ਕਿਸੇ ਦਾ ਲਿਹਾਜ਼ ਹੈ, ਕਿਸੇ ਦਾ ਮੂੰਹ ਰੱਖਣ ਵਾਸਤੇ। ਇਹ ਹੈ ਬੱਧਾ ਚੱਟੀ ਵਾਲਾ ਕੰਮ, ਕਿ ਦਿਲ ਨਹੀਂ ਕਰਦਾ ਗੁਰੂ ਸਾਹਿਬ ਦੇ ਦਰ ਤੇ ਆਉਣ ਨੂੰ, ਕੋਈ ਧੱਕੇ ਨਾਲ ਲੈ ਕੇ ਆਇਆ। ਇਹ ਬੱਧਾ ਚੱਟੀ ਵਾਲਾ ਕੰਮ ਹੈ। ਇਹਦੇ ਵਿੱਚ ਫਿਰ ਸਾਨੂੰ ਰਸ ਨਹੀਂ ਮਿਲੇਗਾ। ਜੇ ਅਸੀਂ ਆਵਾਂਗੇ ਭਾਵਨਾ ਦੇ ਨਾਲ, ਚਾਉ ਦੇ ਨਾਲ, ਤੇ ਫਿਰ ਸਾਨੂੰ ਸੇਵਾ ਔਰ ਸਿਮਰਨ ਦੇ ਵਿੱਚ ਰਸ ਪ੍ਰਾਪਤ ਹੋਏਗਾ। ਫਿਰ ਸਾਨੂੰ ਗੁਰੂ ਚਰਨਾਂ ਦੇ ਵਿੱਚ ਆ ਕੇ ਇੱਕ ਵੱਖਰੀ ਜਿਹੀ ਖੁਸ਼ੀ ਮਿਲੇਗੀ, ਵੱਖਰਾ ਜਿਹਾ ਆਨੰਦ ਖੇੜਾ ਸਾਨੂੰ ਸਾਡੀ ਜੀਵਨ ਵਿੱਚ ਮਿਲੇਗਾ, ਜੇ ਅਸੀਂ ਪੂਰਨ ਚਾਉ ਦੇ ਨਾਲ ਗੁਰੂ ਸਾਹਿਬ ਦੇ ਦਰ ਤੇ ਆ ਰਹੇ ਹਾਂ। ਜੇ ਅਸੀਂ ਚਾਉ ਲੈ ਕੇ ਆ ਰਹੇ ਹਾਂ, ਵਿਸਰ ਨਾਹੀਂ ਦਾਤਾਰ ਆਪਣਾ, ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਜੇ ਇਹ ਚਾਹੋ ਲੈ ਕੇ, ਚਾਹਤ ਲੈ ਕੇ ਆ ਰਹੇ ਹਾਂ, ਤੇ ਫਿਰ ਸਤਿਗੁਰੂ ਜੀ ਸਾਨੂੰ ਨਾਮ ਦ੍ਰਿੜ ਕਿਉਂ ਨਹੀਂ ਕਰਵਾਉਣਗੇ? ਸਤਿਗੁਰੂ ਜੀ ਨੇ ਫਿਰ ਸਾਨੂੰ ਨਾਮ ਦ੍ਰਿੜ ਕਰਵਾਉਣਾ ਹੈ। ਤੇ ਜੇ ਸਾਡੇ ਅੰਦਰ ਚਾਉ ਹੀ ਨਹੀਂ ਹੋਏਗਾ, ਕਈ ਵਾਰ ਐਸਾ ਹੁੰਦਾ ਹੈ ਕਿ ਇੱਕ ਸੱਜਣ ਬੜੇ ਪਿਆਰ ਨਾਲ ਗੁਰੂ ਦਰ ਤੇ ਆਇਆ, ਪਰ ਉਹਦੇ ਨਾਲ ਕੋਈ ਸੰਗੀ, ਕੋਈ ਸਾਥੀ ਆਇਆ, ਪਰ ਉਹ ਆਪਣੀ ਮਰਜ਼ੀ ਨਾਲ ਨਹੀਂ ਆਇਆ, ਉਹਨੂੰ ਲਿਆਂਦਾ ਗਿਆ। ਉਹ ਬੈਠ ਤਾਂ ਜਾਏਗਾ, ਪਰ ਉਹ ਗੁਰਬਾਣੀ ਕੀਰਤਨ ਨਹੀਂ ਸੁਣੇਗਾ। ਉਹ ਬੈਠ ਤਾਂ ਜਾਏਗਾ, ਪਰ ਉਹ ਕਥਾ ਵਿਚਾਰ ਜਾਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਸੁਣੇਗਾ। ਆਸੇ ਪਾਸੇ ਵੇਖਦਾ ਰਹੇਗਾ, ਧਿਆਨ ਹੋਰ ਪਾਸੇ ਰਹੇਗਾ, ਮਨ ਅੰਦਰ ਕਾਹਲਾ ਪਏਗਾ ਵੀ ਕਿੰਨਾ ਛੇਤੀ, ਜਿੰਨਾ ਜਲਦੀ ਹੋਵੇ ਬਸ ਇੱਥੋਂ ਉੱਠ ਕੇ ਚਲੇ ਜਾਵਾਂ। ਜਾਂ ਇਹ ਹਜੇ ਸਮਾਪਤੀ ਹੀ ਨਹੀਂ ਕਰਦੇ, ਭੋਗ ਹੀ ਨਹੀਂ ਪਾਉਂਦੇ। ਕਈ ਤਰ੍ਹਾਂ ਦੇ ਇਸ ਤਰ੍ਹਾਂ ਮਨ ਵਿੱਚ ਫੁਰਨੇ ਬਣਦੇ ਆ। ਜੇ ਅੰਦਰ ਚਾਉ ਨਾ ਹੋਵੇ ਤਾਂ, ਖਿੱਚ ਨਾ ਹੋਵੇ ਤਾਂ। ਤੇ ਜੇ ਅੰਦਰ ਚਾਹਤ ਹੈ, ਖਿੱਚ ਹੈ, ਤੇ ਬੰਦਾ ਰਾਹ ਵਿੱਚ ਵੀ ਕੋਈ ਮਿਲਦਾ ਨਾ, ਤੇ ਉਹਨੂੰ ਵੀ ਹੱਥ ਜੋੜ ਕੇ ਕਹਿੰਦਾ ਵੀ ਫਿਰ ਮਿਲਾਂਗੇ, ਕਿਉਂਕਿ ਹੁਣ ਸਮਾਂ ਮੇਰਾ ਗੁਰੂ ਚਰਨਾਂ ਦੇ ਵਿੱਚ ਸਮੇਂ ਸਿਰ ਪਹੁੰਚਣ ਦਾ ਹੈ। ਕਿਤੇ ਮੇਰੇ ਕੋਲੋਂ ਗੁਰਬਾਣੀ ਕੀਰਤਨ ਦਾ ਉਹ ਸਮਾਂ ਵਿਸਰ ਨਾ ਜਾਏ, ਵਿਚਾਰਾਂ ਦਾ ਸਮਾਂ, ਗੁਰਬਾਣੀ ਦੇ ਪਾਠ ਦਾ ਸਮਾਂ ਨਾ ਵਿਸਰ ਜਾਏ, ਜਿਹਦੇ ਅੰਦਰ ਚਾਹਤ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਮਹਾਰਾਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਜੀ ਨੂੰ ਮਿਲਣ ਤੇ ਪਰਮੇਸ਼ਵਰ ਦੇ ਨਾਮ ਨਾਲ ਜੁੜਨ ਦਾ ਚਾਉ ਪੈਦਾ ਹੋਇਆ। ਦੇਖੋ, ਅੰਮ੍ਰਿਤ ਖੰਡੇ ਦੀ ਪੌਲ ਵੀ ਲੈਂਦੇ ਹਾਂ, ਤੇ ਉਹ ਵੀ ਚਾਹਤ ਹੋਣੀ ਚਾਹੀਦੀ ਹੈ। ਜੇ ਅਸੀਂ ਅੰਦਰ ਸਾਡੇ ਚਾਹਤ ਨਹੀਂ ਹੈ, ਤੇ ਉਹ ਖੰਡੇ ਦੀ ਪੌਲ ਵੀ ਬੰਦਾ ਜੇ ਕਿਸੇ ਦਾ ਲਿਹਾਜ਼ ਕਰਕੇ ਗਿਆ ਵੀ ਫਲਾਣਾ ਇਹ ਕੁਛ ਆਖੇ ਨਾ, ਕਿਉਂਕਿ ਮੇਰੀ ਉਹਦੇ ਨਾਲ ਬੋਲ ਚਾਲ ਹੈ, ਮੇਰਾ ਉਹਦੇ ਨਾਲ ਉੱਠਣਾ ਬੈਠਣਾ ਹੈ, ਕੋਈ ਆਖੇ ਨਾ, ਇਸ ਲਈ ਚਲੋ ਅੰਮ੍ਰਿਤ ਲੈ ਲੈਂਦੇ ਹਾਂ ਖੰਡੇ ਦੀ ਪੌਲ। ਪਰ ਉਹ ਫਿਰ ਅੰਮ੍ਰਿਤ ਸਮਝ ਕੇ ਨਹੀਂ ਉਹਨੂੰ ਲਏਗਾ। ਉਹ ਤਾਂ ਇੱਕ ਸਵਾਦ ਦੇਖਣ ਵਾਸਤੇ ਵੀ ਅੰਮ੍ਰਿਤ ਦਾ ਸਵਾਦ ਕੀ ਹੁੰਦਾ ਹੈ। ਫਿਰ ਇਹੋ ਜਿਹੀਆਂ ਦੀ ਰਹਿਤ 4 ਦਿਨ ਬਾਅਦ ਹੀ ਪਤਾ ਲੱਗਦੀ ਹੈ। ਕਕਾਰ ਕਿਤੇ ਹੁੰਦੇ ਆ, ਆਪ ਕਿਤੇ ਹੁੰਦੇ ਆ, ਕਿਉਂਕਿ ਅੰਦਰ ਚਾਉ ਨਹੀਂ ਸੀ ਨਾ। ਜਿਹਦੇ ਅੰਦਰ ਚਾਉ ਸੀ ਉਹਨੇ ਬਾਣੀ ਨਾਲ ਵੀ ਪਿਆਰ ਕੀਤਾ, ਉਹਨੇ ਬਾਣੀ ਨਾਲ ਵੀ ਪਿਆਰ ਕੀਤਾ। ਜਿਨ੍ਹਾਂ ਅੰਦਰ ਚਾਉ ਸੀ ਗੁਰੂ ਚਰਨਾਂ ਵਿੱਚ ਜੁੜਨ ਦਾ, ਗੁਰੂ ਕੇ ਪਿਆਰਾ ਬਣਨ ਦਾ, ਉਹਨਾਂ ਨੇ ਫਿਰ ਇੰਨਾ ਪਿਆਰ ਬਾਣੀ ਤੇ ਬਾਣੀ ਨੂੰ ਕੀਤਾ, ਉਹਨਾਂ ਨੇ ਆਪਣੀ ਜਿੰਦ, ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ। ਕਿੰਨਾ ਅੰਦਰ ਪਿਆਰ ਹੈ ਭਾਈ ਤਾਰੂ ਸਿੰਘ ਜੀ ਦੇ। ਉਹ ਕਹਿੰਦੇ ਕੇਸ ਕੇਸਾਂ ਵਿੱਚ ਕੰਘਾ,
ਇਹ ਨਹੀਂ ਅਲੱਗ ਹੋ ਸਕਦੇ। ਹਾਂ ਮੇਰੀ ਖੋਪਰੀ ਭਾਵੇਂ ਤੂੰ ਅਲੱਗ ਕਰ ਦੇ। ਉਹ ਚਾਉ ਸੀ ਨਾ ਗੁਰੂ ਚਰਨਾਂ ਵਿੱਚ ਜੁੜਨ ਦਾ, ਇਹ ਚਾਉ ਨਹੀਂ ਪ੍ਰੇਮ ਤੱਕ ਲੈ ਕੇ ਜਾਣਾ। ਜੇ ਅੰਦਰ ਚਾਉ ਹੀ ਨਹੀਂ ਹੋਏਗਾ ਤੇ ਅੰਦਰ ਪ੍ਰੇਮ ਵੀ ਨਹੀਂ ਹੋਏਗਾ। ਜਿਹੜੀ ਖੇਡ ਆਪਾਂ ਖੇਡਣੀ ਹੈ, ਇਹ ਵੀ ਧਿਆਨ ਰੱਖਿਓ, ਜਿਹੜੀ ਖੇਡ ਅਸੀਂ ਖੇਡਣੀ ਹੈ ਉਹ ਚਾਹਤ ਤੋਂ ਬਿਨਾਂ ਨਹੀਂ ਖੇਡੀ ਜਾਣੀ। ਇੱਕ ਤਾਂ ਇਹ ਚਾਉ ਹੈ ਕਿ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਇੱਕ ਹੈ ਜੋ ਤੋ ਪ੍ਰੇਮ ਖੇਲਨ ਕਾ ਚਾਉ, ਉਹ ਵੀ ਤਾਂ ਚਾਉ ਹੈ, ਚਾਹਤ ਹੈ। ਪਰ ਉਹ ਪ੍ਰੇਮ ਦੀ ਖੇਡ ਤਾਂ ਹੀ ਖੇਡੀ ਜਾਏਗੀ ਜੇ ਅੰਦਰ ਪਰਮੇਸ਼ਵਰ ਦੇ ਗੁਣ ਗਾਉਣ ਦੀ ਚਾਹਤ ਹੋਏਗੀ। ਇੱਕ ਦਿਨ ਇਹ ਵੀ ਬੇਨਤੀ ਕੀਤੀ, ਸਾਰੀ ਜ਼ਿੰਦਗੀ ਆਪਾਂ ਨੇਮ ਹੀ ਨਿਭਾਉਂਦੇ ਨਹੀਂ ਰਹਿ ਜਾਣਾ, ਅਸੀਂ ਉਸ ਨੇਮ ਤੋਂ ਪ੍ਰੇਮ ਤੱਕ ਪਹੁੰਚਣਾ ਹੈ। ਤੇ ਜਿਹੜੇ ਬੱਧਾ ਚੱਟੀ ਵਾਲਾ ਕੰਮ ਕਰਦੇ ਆ ਉਹ ਕਦੇ ਨੇਮ ਤੋਂ ਪ੍ਰੇਮ ਤੱਕ ਨਹੀਂ ਪਹੁੰਚਦੇ। ਜਿਨ੍ਹਾਂ ਨੇ ਚਾਉ ਦੇ ਨਾਲ ਪਰਮੇਸ਼ਵਰ ਦੇ ਨਾਮ ਨੂੰ ਸਿਮਰਿਆ, ਉਹ ਫਿਰ ਇੱਕ ਦਿਨ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਆ। ਜੋ ਤਉ ਪ੍ਰੇਮ ਖਿਲਨ ਕਾ ਚਾਉ, ਸਿਰ ਧਰ ਤਲੀ ਗਲੀ ਮਰਿਆਉ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕੌਣ ਨਾ ਕੀਜੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਕਿਰਪਾ ਕੀਤੀ। ਇਹ ਰਹਾਉ ਵਾਲੀ ਪੰਕਤੀ ਹੈ। ਮਨ ਹਰ ਹਰ ਲੱਗਾ ਚਾਉ, ਮਨ ਦੇ ਨੰਨੇ ਨੂੰ ਸਿਹਾਰੀ ਮਨ ਵਿੱਚ ਹਰ ਹਰ ਹਰੀ ਪਰਮੇਸ਼ਵਰ ਨੂੰ ਮਿਲਣ ਦਾ, ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨ ਦਾ ਲੱਗਾ ਚਾਉ। ਜਿਨ੍ਹਾਂ ਨੂੰ ਅੰਦਰੋਂ ਚਾਉ ਲੱਗ ਗਿਆ, ਚਾਹਤ ਪੈਦਾ ਹੋ ਗਈ। ਗੁਰ ਪੂਰੈ ਨਾਮ ਦ੍ਰਿੜਾਇਆ, ਗੁਰ ਦੇ ਰਾਰੇ ਨੂੰ ਸਿਹਾਰੀ ਗੁਰੂ ਨੇ। ਜੇ ਚਾਉ ਪੈਦਾ ਹੋਇਆ ਤਾਂ ਹੀ ਗੁਰੂ ਨੇ ਨਾਮ ਦ੍ਰਿੜ ਕਰਵਾਇਆ। ਜੇ ਚਾਉ ਹੀ ਨਹੀਂ ਅੰਦਰ ਪੈਦਾ ਹੋਇਆ ਤੇ ਨਾਮ ਦ੍ਰਿੜ ਨਹੀਂ ਹੋ ਸਕੇਗਾ। ਗੁਰੂ ਸਾਹਿਬ ਜੀ ਕੋਲ ਅਸੀਂ ਨਾਮ ਦੀ ਦਾਤ ਨਾ ਮੰਗ ਸਕਾਂਗੇ ਨਾ ਲੈ ਸਕਾਂਗੇ। ਪਿਆਸ ਹੈ ਤਾਂ ਹੀ ਪਾਣੀ ਦੀ ਮੰਗ ਹੈ, ਭੁੱਖ ਹੈ ਤਾਂ ਹੀ ਭੋਜਨ ਦੀ ਮੰਗ ਹੈ। ਜੇ ਸਾਨੂੰ ਕੋਈ ਦੁੱਖ ਤਕਲੀਫ ਰੋਗ ਨਹੀਂ ਤੇ ਅਸੀਂ ਕਦੇ ਵੀ ਕੋਈ ਮੈਡੀਸਨ ਕੋਈ ਦਵਾਈ ਨਹੀਂ ਖਾਵਾਂਗੇ। ਹਾਂ ਕੋਈ ਰੋਗ ਹੈ, ਕੋਈ ਬਿਮਾਰੀ ਹੈ ਤੇ ਬੰਦੇ ਅੰਦਰ ਖਿੱਚ ਪੈਦਾ ਹੁੰਦੀ ਹੈ ਵੀ ਆਹ ਦਵਾਈ ਇਹ ਮੈਂ ਖਾ ਲਵਾਂ ਤਾਂ ਕਿ ਆਰਾਮ ਆ ਜਾਏ। ਇਸੇ ਤਰ੍ਹਾਂ ਗੁਰਬਾਣੀ ਦੀ ਵੀ ਅੰਦਰ ਚਾਹਤ ਹੋਣੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਨੇ ਆਖਿਆ, ਜਿਨ੍ਹਾਂ ਦੇ ਮਨ ਵਿੱਚ ਇਹ ਚਾਉ ਪੈਦਾ ਹੋਇਆ, ਗੁਰ ਪੂਰੇ, ਗੁਰੂ ਪੂਰੇ ਨੇ, ਅਧੂਰੇ ਨੇ ਨਹੀਂ। ਪੂਰੇ ਗੁਰੂ ਨੇ ਨਾਮ ਦ੍ਰਿੜਾਇਆ, ਉਹਨਾਂ ਨੂੰ ਨਾਮ ਦ੍ਰਿੜ ਕਰਵਾ ਦਿੱਤਾ। ਨਾਮ ਉਹਨਾਂ ਦੇ ਹਿਰਦੇ ਵਿੱਚ ਪੱਕਾ ਹੀ ਵਸਾ ਦਿੱਤਾ, ਜਿਹੜਾ ਕਦੇ ਵਿਸਰੇ ਹੀ ਨਾ, ਭੁੱਲ ਕੇ ਵੀ ਕਦੇ ਨਾ ਵਿਸਰੇ। ਦੁੱਖ ਸੁੱਖ ਖੁਸ਼ੀ ਗਮ ਵਾਧਾ ਘਾਟਾ ਮਾਨ ਅਪਮਾਨ ਕਦੇ ਵੀ ਪਰਮੇਸ਼ਵਰ ਦਾ ਨਾਮ ਨਾ ਵਿਸਰੇ। ਨਾਮ ਦ੍ਰਿੜਾਇਆ ਦਾ ਮਤਲਬ ਕਿ ਹੁਣ ਮਾਣ ਮਿਲਿਆ ਜਾਂ ਅਭਿਮਾਨ, ਅੰਦਰ ਅਪਮਾਨਿਤ ਕਿਤੇ ਹੋਣਾ ਵੀ ਪੈ ਗਿਆ ਤਾਂ ਵੀ ਪਰਮੇਸ਼ਵਰ ਦਾ ਨਾਮ ਨਹੀਂ ਅੰਦਰੋਂ ਵਿਸਰਿਆ। ਕਿਸੇ ਨੇ ਚੰਗਾ ਆਖਿਆ, ਕਿਸੇ ਨੇ ਮਾੜਾ ਆਖਿਆ ਤਾਂ ਵੀ ਅੰਦਰੋਂ ਨਾਮ ਨਹੀਂ ਵਿਸਰਦਾ। ਅੰਦਰ ਭਾਂਡਾ ਜਿਹੜਾ ਉਹ ਡੋਲਦਾ ਨਹੀਂ ਹੈ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਨਾਮ ਦ੍ਰਿੜ ਕਰਵਾਇਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਨਾਮ ਦ੍ਰਿੜ ਕਰਵਾ ਦਿੱਤਾ, ਹਰ ਮਿਲਿਆ ਹਰ ਪ੍ਰਭ ਨਾਉ, ਉਹਨਾਂ ਨੂੰ ਪ੍ਰਭੂ ਨਾਮ ਦੇ ਸਦਕੇ ਹਰ ਮਿਲਿਆ। ਹਰੀ ਪਰਮੇਸ਼ਵਰ ਦਾ ਮਿਲਾਪ ਹੋ ਗਿਆ। ਹਰੀ ਪਰਮੇਸ਼ਵਰ ਦੇ ਮਿਲਾਪ ਦੀ ਪ੍ਰਾਪਤੀ ਜਿਹੜੀ ਸੀ ਉਹਨਾਂ ਨੂੰ ਹੋ ਗਈ, ਜਿਨ੍ਹਾਂ ਦੇ ਮਨ ਵਿੱਚ ਚਾਉ ਪੈਦਾ ਹੋਇਆ। ਇਹ ਚਾਹਤ ਹੀ ਹੈ ਨਾ ਜਿਹੜੀ ਤੁਹਾਨੂੰ ਇੱਥੇ ਤੱਕ ਖਿੱਚ ਕੇ ਲੈ ਆਈ। ਇਹ ਚਾਹਤ ਹੀ ਅੰਮ੍ਰਿਤ ਵੇਲੇ ਨੂੰ ਉਠਾਉਂਦੀ ਹੈ। ਚਾਹਤ ਹੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਵਾ ਕੇ ਪਰਮੇਸ਼ਵਰ ਦੇ ਨਾਮ ਨਾਲ ਜੋੜਦੀ ਹੈ। ਜਿਨ੍ਹਾਂ ਅੰਦਰ ਚਾਉ ਨਹੀਂ ਨਾ, ਉਹ ਤਾਂ ਹੁਣ ਤੱਕ ਵੀ ਸੁੱਤੇ ਪਏ ਹੋਣੇ ਆ। ਜਿਨ੍ਹਾਂ ਅੰਦਰ ਚਾਹਤ ਨਹੀਂ ਹੈ, ਉਹ ਤਾਂ ਹੁਣ ਵੀ ਗੂੜੀ ਨੀਂਦ ਵਿੱਚ ਸੁੱਤੇ ਪਏ ਹੋਣੇ ਆ। ਤੇ ਉਠਾ ਕੇ ਵੇਖਿਓ ਅੱਗੋਂ ਕਿਸ ਤਰ੍ਹਾਂ ਦੇ ਬੋਲ ਸੁਣਨ ਨੂੰ ਮਿਲਣਗੇ। ਪਰ ਜਿਨ੍ਹਾਂ ਅੰਦਰ ਚਾਹਤ ਹੈ, ਜੇ ਕਿਤੇ ਥੋੜਾ ਸਮਾਂ ਉੱਤੇ ਹੋ ਜਾਏ ਤੇ ਉਸੇ ਵੇਲੇ ਆਪਣੇ ਆਪ ਨੂੰ ਉਹ ਕੋਸਦੇ ਆ ਵੀ ਮਨਾ
ਸਮਾਂ ਉੱਤੇ ਹੋ ਗਿਆ ਤੇ ਤੂੰ ਹਜੇ ਤੱਕ ਜਾਗਿਆ ਹੀ ਕੋਈ ਨਾ। ਇੰਨਾ ਸਮਾਂ ਕਈਆਂ ਦੀ ਸਾਰਾ ਦਿਨ ਅੱਖਾਂ ਸੇਜਲ ਰਹਿੰਦੀਆਂ ਐ, ਕਿਹਨਾਂ ਦੀਆਂ? ਜਿਨ੍ਹਾਂ ਅੰਦਰ ਚਾਉ ਸੀ, ਸਰੀਰ ਢਿੱਲਾ ਮੱਠਾ ਹੋਇਆ, ਨਹੀਂ ਮੰਜੇ ਤੋਂ ਉੱਠਿਆ ਗਿਆ, ਸਾਰਾ ਦਿਨ ਅੱਖਾਂ ਸੇਜਲ ਰਹੀਆਂ। ਅੱਜ ਅੰਮ੍ਰਿਤ ਵੇਲੇ ਦਾ ਸਮਾਂ ਕਿਉਂ ਖੁੰਝ ਗਿਆ? ਕਿਉਂ ਨਹੀਂ ਅੱਜ ਉੱਠਿਆ ਗਿਆ? ਸਰੀਰ ਨੇ ਅੱਜ ਕਿਉਂ ਨਹੀਂ ਸਾਥ ਦਿੱਤਾ? ਸਾਰਾ ਦਿਨ ਅੱਖਾਂ ਸੇਜਲ। ਇਹ ਚਾਉ ਦੀਆਂ ਗੱਲਾਂ ਨੇ ਨਾ, ਜਿਨ੍ਹਾਂ ਅੰਦਰ ਚਾਹਤ ਸੀ। ਇਸ ਲਈ ਜਿਨ੍ਹਾਂ ਅੰਦਰ ਚਾਹਤ ਹੈ ਹੀ ਨਹੀਂ, ਉਹਨਾਂ ਨੂੰ ਪਰਵਾਹ ਵੀ ਕੋਈ ਨਹੀਂ ਹੈ ਵੀ ਚਲੇ ਗਏ ਨਾ ਚਲੇ ਗਏ ਤਾਂ ਵੀ ਠੀਕ ਹੈ, ਬਾਣੀ ਪੜ੍ਹ ਲਈ ਨਾ ਪੜ੍ਹ ਲਈ ਤਾਂ ਵੀ ਠੀਕ ਹੈ, ਸੰਗਤ ਕਰ ਲਈ ਨਾ ਕਰ ਲਈ ਕੋਈ ਫਰਕ ਨਹੀਂ ਪੈਂਦਾ। ਪਰ ਜਿਨ੍ਹਾਂ ਅੰਦਰ ਚਾਉ ਹੈ ਬੜਾ ਫਰਕ ਪੈਂਦਾ ਹੈ। ਜਿਨ੍ਹਾਂ ਅੰਦਰ ਚਾਹਤ ਹੈ ਉਹਨਾਂ ਨੂੰ ਬੜਾ ਫਰਕ ਪੈਂਦਾ ਹੈ। ਜਿਨ੍ਹਾਂ ਨੂੰ ਅੰਦਰ ਹਿਰਦੇ 'ਚ ਨਾਮ ਦ੍ਰਿੜ ਕਰਵਾ ਦਿੱਤਾ, ਉਹਨਾਂ ਨੂੰ ਇੱਕ ਪਲ ਦਾ ਵੀ ਬੜਾ ਫਰਕ ਪੈਂਦਾ ਹੈ। ਉਹਨਾਂ ਨੂੰ ਅੱਖ ਝਮਕਣ ਜਿੰਨੇ ਸਮੇਂ ਦਾ ਵੀ ਬੜਾ ਫਰਕ ਪੈਂਦਾ ਹੈ। ਇਸ ਲਈ ਮਹਾਰਾਜ ਨੇ ਆਖਿਆ, ਫਿਰ ਜਿਨ੍ਹਾਂ ਦੇ ਅੰਦਰ ਚਾਉ ਪੈਦਾ ਹੋਇਆ, ਗੁਰੂ ਸਾਹਿਬ ਨੇ ਨਾਮ ਦ੍ਰਿੜ ਕਰਵਾ ਦਿੱਤਾ। ਫਿਰ ਉਸੇ ਹੀ ਨਾਮ ਦੇ ਸਦਕੇ ਹਰ ਮਿਲਿਆ। ਇੱਕ ਦਿਨ ਫਿਰ ਹਰੀ ਵਾਹਿਗੁਰੂ ਜੀ ਦਾ ਮਿਲਾਪ ਹੋ ਜਾਂਦਾ ਹੈ। ਇਹ ਰਹਾਉ ਵਾਲੀ ਪੰਕਤੀ ਜੋ ਕੇਂਦਰੀ ਭਾਵ ਹੈ, ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ ਹਨ। ਸੰਤ ਜਨਾ ਵਿਣ ਪਾਈਆ, ਹਰ ਕਿਨੈ ਨਾ ਪਾਇਆ ਨਾਉ। ਵਿੱਚ ਹਉਮੈ ਕਰਮ ਕਮਾਵਦੇ, ਜਿਉ ਵੇਸਵਾ ਪੁੱਤ ਨਿਨਾਓ। ਬੜੀ ਵੱਡੀ ਚੋਟ, ਬਹੁਤ ਵੱਡਾ ਹਲੂਣਾ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਦਿੱਤਾ ਹੈ। ਹੁਣ ਇਹ ਚਾਉ ਪੈਦਾ ਕਿੱਥੇ ਹੋਣਾ ਹੈ? ਆਪਣੇ ਆਪ ਤੇ ਇਹ ਚਾਉ ਪੈਦਾ ਨਹੀਂ ਹੋਣਾ। ਇਹ ਚਾਉ ਪੈਦਾ ਹੋਣਾ ਗੁਰਮੁਖਾਂ ਨੂੰ ਵੇਖ ਕੇ, ਗੁਰਮੁਖ ਰੰਗ ਰਤੜੀਆਂ ਰੂਹਾਂ ਨੂੰ ਵੇਖ ਕੇ, ਸੇਵਾ ਔਰ ਸਿਮਰਨ ਕਰਨ ਵਾਲਿਆਂ ਨੂੰ ਦੇਖ ਦੇਖ ਕੇ ਹੀ ਇਹ ਚਾਉ ਪੈਦਾ ਹੋਣਾ ਹੈ। ਜਿਨ੍ਹਾਂ ਦਾ ਜੀਵਨ ਸੁਹਾਗਣ ਵਾਲਾ ਹੈ, ਗੁਰਮੁਖ ਵਾਲਾ ਹੈ, ਉਹਨਾਂ ਨੂੰ ਵੇਖ ਵੇਖ ਕੇ ਹੀ ਚਾਉ ਪੈਦਾ। ਆਪਾਂ ਇੱਕ ਅਰਜ਼ੋਈ ਕਰਦੇ ਹਾਂ ਨਾ ਮਾਲਕ ਦੇ ਚਰਨਾਂ 'ਚ ਰਲ ਕੇ ਜਦੋਂ ਪੜ੍ਹਦੇ ਹਾਂ, ਕਰਮਹੀਣ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ। ਹੁਣ ਇਹ ਬੇਨਤੀ ਕਿਉਂ ਸ਼ੁਰੂ ਹੋਈ? ਕਿਉਂਕਿ ਸਭ ਸੁਹਾਗਣ ਮਾਣੇ ਰਲੀਆਂ। ਜਦੋਂ ਮੈਂ ਉਹਨਾਂ ਸੁਹਾਗਣਾਂ ਵਾਲਾ ਜੀਵਨ ਵੇਖਦੀ ਹਾਂ, ਇਹ ਅੰਦਰ ਦੀ ਜੀਵ ਇਸਤਰੀ ਕਹਿ ਰਹੀ ਹੈ, ਇਹ ਆਤਮਕ ਤਲ ਤੇ ਆਵਾਜ਼ ਹੈ ਕਿ ਜਦੋਂ ਮੈਂ ਸੁਹਾਗਣਾਂ ਨੂੰ ਖਿੜਿਆ ਹੋਇਆ ਵਿਗਾਸ ਵਿੱਚ, ਆਨੰਦ ਵਿੱਚ ਵੇਖਦੀ ਹਾਂ, ਤੇ ਮੇਰੇ ਅੰਦਰ ਵੀ ਚਾਉ ਪੈਦਾ ਹੁੰਦਾ ਹੈ ਕਿ ਮੈਂ ਕਦੋਂ ਆਪ ਨਹੀਂ, ਘਰ ਬੈਠਿਆਂ ਇਹ ਖੇਡ ਨਹੀਂ ਬਣਨੀ। ਇਹ ਗੁਰਮੁਖਾਂ ਨੂੰ ਮਿਲ ਕੇ, ਸਤ ਸੰਗੀਆਂ ਨੂੰ ਮਿਲ ਕੇ ਅੰਦਰ ਚਾਹਤ ਪੈਦਾ ਹੋਣੀ ਹੈ। ਅਸੀਂ ਗੁਰਮੁਖਾਂ ਦੀ ਸੰਗਤ ਨਹੀਂ ਕਰਾਂਗੇ, ਨਾਮ ਰਸੀਆਂ ਦੀ ਸੰਗਤ ਨਹੀਂ ਕਰਾਂਗੇ, ਤੇ ਇਹ ਚਾਉ ਆਪਣੇ ਆਪ ਪੈਦਾ ਨਹੀਂ ਹੋਣਾ। ਅਸੀਂ ਸਕੂਲ ਦੇ ਵਿੱਚ ਜਾ ਕੇ ਬੱਚੇ ਦਾ ਦਾਖਲਾ, ਐਡਮਿਸ਼ਨ ਕਰਵਾ ਦਿੱਤੀ ਹੈ, ਉਹਨੂੰ ਕਦੇ ਸਕੂਲ ਅਸੀਂ ਭੇਜਿਆ ਹੀ ਨਹੀਂ ਹੈ। ਕਦੇ ਬੱਚਿਆਂ ਦੇ ਵਿੱਚ, ਕਲਾਸ ਵਿੱਚ ਬੱਚਾ ਬੈਠਾ ਹੀ ਨਹੀਂ ਹੈ ਕਿ ਅੰਦਰ ਚਾਹਤ ਪੈਦਾ ਹੋ ਜਾਏਗੀ, ਕਦੇ ਨਹੀਂ ਹੋਏਗੀ। ਜਿਵੇਂ ਜਿਵੇਂ ਬੱਚਾ ਜਾਏਗਾ, ਬੈਠੇਗਾ, ਤਿਵੇਂ ਤਿਵੇਂ ਅੰਦਰ ਚਾਹਤ ਪੈਦਾ ਹੋਏਗੀ। ਆਪ ਸਾਰੇ ਬਜ਼ੁਰਗ ਬੈਠੇ ਹੋ, ਬੱਚਿਆਂ ਵਾਲੇ ਹੋ, ਜਦੋਂ ਪਹਿਲੀ ਵਾਰ ਬੱਚੇ ਨੂੰ ਨਰਸਰੀ ਦੇ ਵਿੱਚ ਆਪਾਂ ਲੈ ਕੇ ਜਾਂਦੇ ਹਾਂ, ਕਿੰਨਾ ਰੋਂਦਾ ਹੈ ਬੱਚਾ, ਕਿੰਨਾ ਉਹ ਰੋਂਦਾ ਹੈ। ਮਾਂ ਛੱਡ ਕੇ ਬਾਹਰ ਆਉਂਦੀ ਹੈ ਤੇ ਪਿੱਛੇ ਪਿੱਛੇ ਭੱਜਿਆ ਆਉਂਦਾ ਵੀ ਮੈਂ ਨਹੀਂ ਇੱਥੇ ਬਹਿਣਾ, ਮੈਂ ਨਹੀਂ ਇੱਥੇ ਰਹਿਣਾ, ਮੈਂ ਨਾਲ ਹੀ ਤੇਰੇ ਜਾਣਾ ਹੈ। ਪਰ ਇੱਕ ਦਿਨ ਆਪ ਹੀ ਕਹਿੰਦਾ, ਮਾਂ ਮੈਨੂੰ ਸਕੂਲ ਕਦੋਂ ਛੱਡ ਕੇ ਆਏਂਗੀ। ਚਾਉ ਪੈਦਾ ਹੋ ਗਿਆ ਨਾ ਵੀ ਮੈਨੂੰ ਦੇਰੀ ਹੋ ਰਹੀ ਹੈ, ਮੈਂ ਲੇਟ ਹੋ ਰਿਹਾ, ਛੇਤੀ ਕਰ, ਮੈਂ ਜਾਣਾ, ਮੈਂ ਜਲਦੀ ਪਹੁੰਚਣਾ ਹੈ। ਪਰ ਇੱਕ ਸਮਾਂ ਉਹ ਸੀ ਜਦੋਂ ਜਾਣ ਨੂੰ ਤਿਆਰ ਨਹੀਂ ਸੀ, ਤੇ ਅੱਜ ਆਪਣੇ ਆਪ ਹੀ ਤਿਆਰ ਹੋ ਗਿਆ, ਆਪਣੇ ਆਪ ਹੀ ਚੱਲਣ ਲਈ ਖਲੋ ਗਿਆ। ਇਹ ਚਾਉ ਕਿਵੇਂ ਪੈਦਾ ਹੋਇਆ? ਕਿਉਂਕਿ ਜਦੋਂ ਕਲਾਸ ਵਿੱਚ ਬੈਠੇ ਬੱਚਿਆਂ ਨੂੰ ਵੇਖਿਆ, ਜਦੋਂ ਉਹ ਬੈਠ ਕੇ ਉਹਨਾਂ ਦੇ ਵਿੱਚ ਵਿਚਰਿਆ, ਫਿਰ ਚਾਉ ਪੈਦਾ।
ਜਿੰਨਾ ਚਿਰ ਅਸੀਂ ਗੁਰਮੁਖਾਂ ਦੀ ਸੰਗਤ ਨਹੀਂ ਕਰਾਂਗੇ ਉਨਾ ਚਿਰ ਚਾਉ ਪੈਦਾ ਨਹੀਂ ਜੇ ਹੋਣਾ, ਉਨਾ ਚਿਰ ਚਾਹਤ ਨਹੀਂ ਅੰਦਰ ਬਣਨੀ। ਇਸ ਲਈ ਸੰਗਤ ਵਿੱਚ ਤਾਂ ਸਾਨੂੰ ਆਉਣਾ ਹੀ ਪਏਗਾ, ਤਾਂ ਅਗਲੀ ਖੇਡ ਸ਼ੁਰੂ ਹੋਣੀ ਹੈ। ਇਸੇ ਲਈ ਰੋਜ਼ ਮਹਾਰਾਜ ਕਹਿੰਦੇ ਤੂੰ ਰਿਪੀਟ ਕਰਿਆ ਕਰ, ਆਪ ਵੀ ਪੜਿਆ ਕਰ, ਦੂਜਿਆਂ ਨੂੰ ਵੀ ਪੜ੍ਹ ਕੇ ਸੁਣਾਇਆ ਕਰ। ਇਹ ਬਾਣੀ ਉਹ ਹੈ ਜਿਹੜੀ ਆਪ ਵੀ ਪੜ੍ਹ ਕੇ ਆਪਣੇ ਕੰਨਾਂ ਨੂੰ ਸੁਣਾਉਣੀ ਹੈ ਤੇ ਦੂਜਿਆਂ ਦੇ ਕੰਨਾਂ ਤੱਕ ਵੀ ਪਹੁੰਚਾਉਣੀ ਹੈ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧਰਿਗ ਜੀਵੈ, ਧਰਿਗ ਜੀਵਾਸ, ਉਹਨਾਂ ਦਾ ਜੀਵਨਾ ਧਰਿਗ ਹੈ, ਉਹਨਾਂ ਦੇ ਜੀਵਨ ਨੂੰ ਫਿਟਕਾਰ ਹੈ ਜਿਨ੍ਹਾਂ ਅੰਦਰ ਆਹ ਚਾਉ ਨਹੀਂ ਪੈਦਾ ਹੋਇਆ। ਸਾਰੀ ਸਾਰੀ ਰਾਤ ਨੱਚਣ ਟੱਪਣ ਗਾਉਣ ਦਾ ਚਾਉ ਪੈਦਾ ਹੋ ਗਿਆ, ਪਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਦੇ ਰੰਗ ਵਿੱਚ ਰੰਗਣ ਦਾ ਚਾਉ ਪੈਦਾ ਨਹੀਂ ਹੋਇਆ। ਫਿਰ ਇਸ ਜੀਵਨ ਨੂੰ ਅਸੀਂ ਮਹਾਨ ਨਹੀਂ ਕਹਿ ਸਕਦੇ, ਇਹ ਧਰਿਗ ਹੈ ਸਾਡਾ ਜੀਵਨ। ਬਾਹਰ ਦੇ ਭੋਜਨ, ਬਾਹਰ ਦੇ ਪਕਵਾਨ, ਬਾਹਰ ਦੇ ਰਸ ਲੈਣ ਲਈ ਚਾਉ ਪੈਦਾ ਹੋਇਆ, ਖਿੱਚ ਪੈਦਾ ਹੋਈ, ਪਰ ਨਾਮ ਦਾ ਰਸ ਲੈਣ ਦੀ, ਨਾਮ ਦਾ ਭੋਜਨ ਛਕਣ ਦੀ ਖਿੱਚ ਪੈਦਾ ਨਹੀਂ ਹੋਈ। ਤੇ ਇਹ ਜੀਵਨ ਧਰਿਗ ਹੈ ਸਾਡਾ, ਫਿਟਕਾਰ ਹੈ ਇਸ ਜੀਵਨ ਨੂੰ। ਇਸ ਲਈ ਗੁਰੂ ਰਾਮਦਾਸ ਮਹਾਰਾਜ ਨੇ ਆਖਿਆ ਸੰਤ ਜਨਾ ਵਿਣ, ਵਿਣ ਦਾ ਅਰਥ ਬਿਨਾ, ਸੰਤ ਜਨਾ ਵਿਣ ਭਾਈਆ, ਹਰ ਕਿਨੇ ਨਾ ਪਾਇਆ ਨਾਉ, ਕਿਨੇ ਕਿਸੇ ਨੇ ਵੀ ਨਹੀਂ। ਜਿੰਨਾ ਚਿਰ ਗੁਰਮੁਖ ਜਨ, ਸੰਤ ਜਨਾਂ ਦਾ ਅਰਥ ਜਿਨ੍ਹਾਂ ਨੇ ਮਨ ਸ਼ਾਂਤ ਕੀਤਾ ਹੋਇਆ ਹੈ, ਜਿਨ੍ਹਾਂ ਨੇ ਆਪਣੇ ਅੰਦਰ ਨੂੰ ਨਾਮ ਦੇ ਰੰਗ ਦੇ ਵਿੱਚ ਰੰਗ ਲਿਆ ਹੈ, ਉਹ ਗੁਰਮੁਖ ਜਨ, ਸਤ ਸੰਗੀ ਜਨ, ਸੰਤ ਜਨ, ਭਾਈਆਂ। ਇਹਨਾਂ ਭਾਈਆਂ ਤੋਂ ਬਿਨਾਂ ਧਿਆਨ ਰੱਖਿਓ ਆਪਾਂ ਸਾਰੇ ਹੀ, ਜੇ ਸਾਡਾ ਗੁਰੂ ਇੱਕ ਹੈ ਤੇ ਫਿਰ ਆਪਾਂ ਸਾਰੇ ਭਾਈ ਭਾਈ ਹਾਂ। ਜੇ ਸਾਡਾ ਸਭਨਾ ਦਾ ਮਾਈ ਬਾਪ ਇੱਕ ਹੈ ਤੇ ਫਿਰ ਆਪਾਂ ਸਾਰੇ ਭਾਈ ਭਾਈ ਹਾਂ। ਸਭਨਾ ਕਾ ਮਾਪਿਓ ਆਪ ਹੈ, ਸਾਰਿਆਂ ਦਾ ਉਹ ਆਪ ਮਾਈ ਬਾਪ ਹੈ ਤੇ ਫਿਰ ਆਪਾਂ ਸਾਰੇ ਭਾਈ ਭਾਈ ਹਾਂ। ਏਕ ਪਿਤਾ ਏਕ ਸਕੇ ਹਮ ਬਾਰਕ, ਇਸ ਲਈ ਅਸੀਂ ਸਾਰੇ ਭਾਈ ਹਾਂ। ਸਾਡਾ ਗੁਰੂ ਇੱਕੋ ਹੀ ਹੈ, ਜਿੰਨੇ ਵੀ ਅਸੀਂ ਆ ਸਾਰੇ ਭਾਈ ਹਾਂ। ਪਰ ਨਹੀਂ ਸਮਝ ਆਈ ਤਾਂ ਧੜੇ ਬਣ ਗਏ, ਨਹੀਂ ਸਮਝ ਆਏ ਤੇ ਵੱਖਰੇ ਵੱਖਰੇ ਅਸੀਂ ਧੜੇ ਬਣਾ ਕੇ ਤੇ ਆਪਸ ਵਿੱਚ ਹੀ ਉਲਝ ਗਏ। ਅਸੀਂ ਤਾਂ, ਸਾਨੂੰ ਤਾਂ ਆਖਿਆ ਸੀ ਕਿ ਜਿਹੜਾ ਮੇਰੇ ਪਿਆਰੇ ਦੀ ਗੱਲ ਸੁਣਾਵੇ ਨਾ ਉਹ ਮੇਰਾ ਭਾਈ ਹੈ, ਪਰ ਜਿਹੜਾ ਸਾਨੂੰ ਰੱਬ ਦੀਆਂ ਗੱਲਾਂ ਸੁਣਾਵੇ, ਰੱਬ ਦੀਆਂ ਬਾਤਾਂ ਸੁਣਾਵੇ, ਅਸੀਂ ਕਹਿੰਦੇ ਆ ਵੀ ਨਹੀਂ ਇਹ ਮੇਰਾ ਦੁਸ਼ਮਣ ਹੈ, ਕਿਉਂਕਿ ਇਹ ਹੋਰ ਧੜੇ ਦਾ ਹੈ। ਅਸੀਂ ਇੱਕੋ ਹੀ ਗੁਰੂ ਦੇ ਹੋ ਕੇ ਵੱਖ-ਵੱਖ ਧੜੇ ਬਣਾ ਕੇ ਵੰਡੇ ਗਏ ਆ ਤੇ ਆਪਸ ਵਿੱਚ ਕੀ ਹੈ, ਸਾਡੀ ਈਰਖਾ ਹੈ, ਨਫ਼ਰਤ ਭਰੀ ਪਈ ਹੈ। ਜਦੋਂ ਅਸੀਂ ਆਪਸ ਵਿੱਚ ਇੱਕ ਗੁਰੂ ਦੇ ਬਣ ਜਾਾਂਗੇ ਉਸ ਦਿਨ ਕੋਈ ਧੜਾ ਨਹੀਂ ਹੋਏਗਾ ਸਾਡਾ, ਉਸ ਦਿਨ ਕੋਈ ਈਰਖਾ ਕੋਈ ਨਫ਼ਰਤ ਨਹੀਂ ਹੋਏਗੀ ਸਾਡੇ ਵਿੱਚ। ਇਸ ਲਈ ਸਾਨੂੰ ਤੇ ਆਖਿਆ ਸੀ ਕੋਈ ਹਰ ਪ੍ਰੀਤਮ ਕੀ ਬਾਤ ਸੁਣਾਵੇ, ਕੋਈ ਮੈਨੂੰ ਹਰੀ ਪਿਆਰੇ ਪ੍ਰੀਤਮ ਦੀਆਂ ਬਾਤਾਂ ਸੁਣਾਵੇ। ਸੋ ਭਾਈ ਸੋ ਮੇਰਾ ਵੀਰ, ਉਹ ਤਾਂ ਮੇਰਾ ਭਾਈ ਹੈ, ਉਹ ਤੇ ਮੇਰਾ ਵੀਰ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਉਹ ਮੇਰਾ ਵੀਰ, ਉਹ ਮੇਰਾ ਭਰਾ ਹੈ। ਪਰ ਅਸੀਂ ਜਿਹੜਾ ਵਾਹਿਗੁਰੂ ਦੀਆਂ ਬਾਤਾਂ ਸੁਣਾਉਣ ਵਾਲਾ ਸੀ, ਅੱਜ ਦੇਖੋ ਬਾਰ-ਬਾਰ ਬੇਨਤੀ ਹੱਥ ਜੋੜ ਕੇ ਕਰਨੀ ਪੈਣੀ ਹੈ। ਅਸੀਂ ਦੁਨੀਆ ਦੀਆਂ ਉਲਝਣਾਂ ਨੂੰ ਸੁਲਝਾਉਣਾ ਸੀ, ਅਸੀਂ ਆਪ ਹੀ ਉਲਝ ਗਏ ਹਾਂ। ਅੱਜ ਅਸੀਂ ਆਪ ਹੀ ਇਹ ਜਿਹੜੀ ਸਾਨੂੰ ਮਹਾਰਾਜ ਨੇ ਬਾਣਾ ਦਿੱਤਾ, ਇਸ ਬਾਣੀ ਦੇ ਵਿੱਚ ਜੋ ਸ਼ਸਤਰ ਸਾਨੂੰ ਦਿੱਤਾ ਹੈ, ਸ੍ਰੀ ਸਾਹਿਬ ਜਿਹਨੂੰ ਕਿਰਪਾਨ ਆਪਾਂ ਕਹਿੰਦੇ ਆ, ਇਹ ਭਾਈ ਤੇ ਭਾਈਆਂ ਉੱਤੇ ਚਲਾਉਣ ਵਾਸਤੇ ਥੋੜ੍ਹੀ ਦਿੱਤੀ ਸੀ। ਜਿਹੜੀਆਂ ਸਾਨੂੰ ਇਹ ਦਸਤਾਰਾਂ ਸਿਰ ਦੇ ਉੱਤੇ ਸਜਾਉਣ ਨੂੰ ਦਿੱਤੀਆਂ ਨੇ, ਇਹ ਭਾਈ ਦੇ ਹੱਥੋਂ ਭਾਈ ਦੀ ਦਸਤਾਰ ਉਤਾਰਨ ਲਈ ਥੋੜ੍ਹੀ ਦਿੱਤੀ ਸੀ। ਇਹ ਤਾਂ ਸਾਨੂੰ ਇਸ ਲਈ ਸੀ ਕਿ ਕੋਈ ਬਾਹਰ ਦਾ ਆ ਕੇ ਸਾਡੀ ਦਸਤਾਰ ਨੂੰ ਹੱਥ ਨਾ ਪਾਵੇ। ਇਹ ਤਾਂ ਇਸ ਲਈ ਸੀ ਕਿ ਕੋਈ ਸਾਨੂੰ ਬਾਹਰੋਂ ਆ ਕੇ ਸਾਨੂੰ ਲੁੱਟ ਨਾ ਲਵੇ, ਸਾਡੀ ਇੱਜ਼ਤ ਪੱਤ ਆਨ ਸ਼ਾਨ ਜਿਹੜੀ ਹੈ
ਇਹਨੂੰ ਬਰਕਰਾਰ ਰੱਖਣ ਵਾਸਤੇ ਸੀ, ਪਰ ਅਸੀਂ ਦੂਜਿਆਂ ਤੇ ਚਲਾਉਣ ਦੀ ਬਜਾਏ ਆਪਣੇ ਤੇ ਹੀ ਚਲਾਉਣ ਲੱਗ ਪਏ। ਬੜੇ ਐਸੇ ਸੀਨ ਵੇਖੇ ਆ, ਤੁਸੀਂ ਵੀ ਵੇਖਦੇ ਹੀ ਹੋ, ਆਪਣਿਆਂ ਦੇ ਹੱਥੋਂ ਆਪਣਿਆਂ ਦੀਆਂ ਪੱਗਾਂ ਉਤਰਦੀਆਂ, ਆਪਣਿਆਂ ਦੇ ਉੱਤੇ ਹੀ ਇਹ ਕਿਰਪਾਨਾਂ ਜਿਹੜੀਆਂ ਇਹ ਚੱਲ ਰਹੀਆਂ ਨੇ। ਫਿਰ ਇਹ ਭਾਈ ਵਾਲਾ ਸ਼ਬਦ ਸਾਡੇ ਅੰਦਰ ਰਿਹਾ ਹੀ ਕੋਈ ਨਹੀਂ। ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਭਾਈ ਸ਼ਬਦ ਕਿੰਨਾ ਉੱਚਾ ਤੇ ਸੁੱਚਾ ਦਿੱਤਾ ਹੈ ਸਾਨੂੰ। ਜੇ ਪਹਿਲੀ ਵਾਰ ਮਰਦਾਨਾ ਜੀ ਨੂੰ ਭਾਈ ਸ਼ਬਦ ਮਿਲਿਆ ਤੇ ਗੁਰੂ ਨਾਨਕ ਸਾਹਿਬ ਨੇ ਦਿੱਤਾ। ਨਹੀਂ ਤਾਂ ਲੋਕ ਮਰਦਾਨਾ ਕਹਿੰਦੇ ਆ, ਨਹੀਂ ਤਾਂ ਮਾਪੇ ਵੀ ਕਹਿੰਦੇ ਸੀ ਮਰ ਜਾਣਾ, ਵੀ ਇਹਨੇ ਵੀ ਤੇ ਮਾਰੀ ਜਾਣਾ ਨਾ, ਜਿਹੜੇ ਪਹਿਲੇ ਜਨਮ ਲਏ ਬੱਚੇ ਉਹ ਵੀ ਮਰ ਗਏ, ਇਹਨੇ ਵੀ ਮਰ ਜਾਣਾ। ਪਰ ਇਹ ਨਹੀਂ ਸੀ ਪਤਾ ਕਿ ਇਹ ਉਹ ਅਸਲ ਮਰਦ, ਉਹ ਅਸਲ ਦੇ ਵਿੱਚ ਹੈ ਜਿਹਨੇ ਕਦੇ ਮਰਨਾ ਹੀ ਨਹੀਂ ਹੈ। ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਜਦੋਂ ਬਾਣੀ ਪੜਾਂਗੇ ਤੇ ਮਰਦਾਨਾ ਸ਼ਬਦ ਸਾਡੇ ਮੁਖ ਤੇ ਆਏਗਾ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਪਣਾ ਭਾਈ ਬਣਾ ਲਿਆ, ਭਾਈ ਮਰਦਾਨਾ। ਲਾਲੋ ਨੂੰ ਕੋਈ ਵੀ ਭਾਈ ਨਹੀਂ ਸੀ ਕਹਿੰਦਾ, ਉਹਦੇ ਤੇ ਘਰ ਦੇ ਕੋਲੋਂ ਵੀ ਨਹੀਂ ਸੀ ਕੋਈ ਲੰਘਦਾ। ਪਹਿਲੀ ਵਾਰ ਅੱਜ ਆਵਾਜ਼ ਦਿੱਤੀ ਦਰਵਾਜ਼ੇ ਤੇ ਖਲੋ ਕੇ, ਭਾਈ ਲਾਲੋ। ਤੇ ਲਾਲੋ ਜੀ ਵੀ ਹੈਰਾਨ ਹੋ ਗਏ ਸੀ ਵੀ ਭਾਈ, ਇੰਨਾ ਸਤਿਕਾਰ, ਇੰਨਾ ਰਿਸਪੈਕਟ, ਇੰਨਾ ਸਤਿਕਾਰ ਦੇਣ ਵਾਲਾ ਭਾਈ ਕਹਿਣ ਵਾਲਾ ਕੌਣ ਆ ਗਿਆ। ਸਾਨੂੰ ਕਿੰਨਾ ਮਾਣ, ਇੱਕ ਦਿਨ ਸੋਚਦਾ ਸੀ ਕਿੰਨਾ ਮਾਣ ਦਿੱਤਾ ਮਹਾਰਾਜ ਨੇ। ਸਤਿਕਾਰ ਵਿੱਚ ਤੁਸੀਂ ਕਹਿੰਦੇ ਹੋ ਭਾਈ ਸਾਹਿਬ, ਕਿਉਂ ਭਾਈ ਕਹਿੰਦੇ ਆ? ਕਿਉਂਕਿ ਸਾਹਿਬ ਨਾਲ ਜੁੜੇ ਆ। ਸਾਹਿਬ ਤੇ ਉਹੀ ਆ ਨਾ, ਉਹ ਜਿਵੇਂ ਇੱਕ ਗੁਰੂ ਕਾ ਪਿਆਰਾ ਨਾਮ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਭਾਈ ਬੁੱਧੂ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਮਿਲਣ ਆਏ ਤੇ ਕਹਿੰਦੇ ਬੁੱਧੂ ਸਾਹਿਬ ਨੂੰ ਮਿਲਣਾ, ਤੇ ਬਾਬਾ ਬੁੱਧੂ ਜੀ ਕਹਿੰਦੇ ਨੇ ਆਪਣੇ ਲੰਗਰ 'ਚ ਸੇਵਾ ਕਰ ਰਹੇ ਸੀ, ਹੱਥ ਧੋਤੇ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਗਏ। ਤੇ ਮਹਾਰਾਜਾ ਰਣਜੀਤ ਸਿੰਘ ਆਏ ਤੇ ਕਹਿੰਦੇ ਆ ਬੁੱਧੂ ਸਾਹਿਬ ਕਿੱਥੇ ਆ? ਕਹਿੰਦੇ ਸਾਹਿਬ ਤੇ ਆ ਗੁਰੂ ਗ੍ਰੰਥ ਸਾਹਿਬ ਨੇ, ਜੇ ਬੁੱਧੂ ਨੂੰ ਮਿਲਣਾ ਤੇ ਆ ਖਲੋਤਾ ਹੈ। ਆ ਬੁੱਧੂ ਹੈ ਤੇ ਆ ਸਾਹਿਬ ਹੈ। ਏਡੀ ਵੱਡੀ ਕਮਾਈ ਵਾਲੇ ਸੀ ਬਾਬਾ ਬੁੱਧੂ ਜੀ। ਇਹ ਏਡਾ ਵੱਡਾ ਸਤਿਕਾਰ ਤੋਂ ਹਰ ਇੱਕ ਦੀ ਰਸਨਾ ਤੋਂ ਨਿਕਲਦਾ ਭਾਈ ਸਾਹਿਬ। ਉਹ ਸਾਹਿਬ ਕੌਣ ਹੈ? ਧੰਨ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ। ਉਹਨਾਂ ਨਾਲ ਜਿਹੜਾ ਜੁੜ ਗਿਆ ਉਹਨੂੰ ਭਾਈ ਸ਼ਬਦ ਦੇ ਦਿੱਤਾ। ਇੰਨਾ ਸਤਿਕਾਰ ਇਸ ਭਾਈ, ਮਿਠਾਸ ਰਸ ਸੀ ਇਸ ਭਾਈ ਸ਼ਬਦ ਵਿੱਚ। ਪਰ ਅੱਜ ਭਾਈ ਹੀ ਭਾਈ ਦੇ ਖਿਲਾਫ ਖਲੋ ਗਿਆ। ਅੱਜ ਇੰਨੀ ਨਫ਼ਰਤ ਤੇ ਹੋਰਾਂ ਦੇ ਨਾਲ ਨਹੀਂ ਹੈ ਜਿੰਨੀ ਭਾਈ ਦੇ ਅੰਦਰ ਭਾਈ ਦੇ ਪ੍ਰਤੀ ਨਫ਼ਰਤ ਹੈ। ਪਰ ਗੁਰੂ ਮਹਾਰਾਜ ਨੇ ਆਖਿਆ ਵੀ ਜਿਹੜੇ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗੇ ਨੇ, ਇਹ ਸਾਰੇ ਦੇ ਸਾਰੇ ਹੀ ਸਾਡੇ ਭਾਈ ਨੇ, ਕਿਉਂਕਿ ਸਭਨਾਂ ਦਾ ਮਾਪਿਓ ਇੱਕੋ ਹੀ ਹੈ। ਸਾਰਿਆਂ ਦੇ ਅਸੀਂ ਸਾਰ, ਕਿਉਂਕਿ ਹਰ ਜੀਓ ਪਿਤਾ, ਉਹ ਪਰਮੇਸ਼ਵਰ ਪਿਤਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਅਸੀਂ ਸਾਰੇ ਉਹਦੇ ਹੀ ਬਾਲਕ, ਉਹਦੇ ਹੀ ਬੱਚੇ ਆ। ਇਸ ਲਈ ਮਹਾਰਾਜ ਨੇ ਆਖਿਆ ਆ ਗੁਰਮੁਖਾਂ ਦੀ ਸੰਗਤ ਜਿਹੜੀ ਆ ਨਾ, ਇਹਨਾਂ ਭਰਾਵਾਂ ਤੋਂ ਬਿਨਾਂ, ਆ ਭਾਈਆਂ ਤੋਂ ਬਿਨਾਂ, ਸਤ ਸੰਗੀਆਂ ਤੋਂ ਬਿਨਾਂ, ਗੁਰਮੁਖ ਜਨਾਂ ਤੋਂ ਬਿਨਾਂ ਤੈਨੂੰ ਇਹ ਪਰਮੇਸ਼ਵਰ ਦੇ ਨਾਮ ਦੀ ਦਾਤ ਨਹੀਂ ਮਿਲ ਸਕਦੀ ਹੈ। ਜੇ ਚਾਉ ਹੋਏਗਾ ਤੇ ਗੁਰੂ ਦਰ ਤੇ ਆਵਾਂਗੇ, ਸੰਗਤ ਵਿੱਚ ਬੈਠਾਂਗੇ ਤੇ ਸੰਗਤ ਵਿੱਚ ਬੈਠ ਕੇ ਆਖਾਂਗੇ ਵਿਸਰ ਨਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ, ਦਿਨ ਰਾਤ ਨਾਨਕ ਚਾਉ ਇਹੋ। ਮੇਰੇ ਅੰਦਰ ਐਸਾ ਚਾਉ ਪੈਦਾ ਹੋ ਜਾਏ ਕਿ ਗੁਣ ਗਾਵਾਂ ਦਿਨ ਰਾਤ। ਤੇ ਸਭ ਕਹਿੰਦੇ ਨੇ ਸੰਤ ਜਨਾਂ ਬਿਨ ਭਾਈਆਂ, ਹਰ ਕਿਨੇ ਨਾ ਪਾਇਆ ਨਾਉ। ਕਿਸੇ ਨੇ ਵੀ ਨਹੀਂ ਪਰਮੇਸ਼ਵਰ ਦੇ ਨਾਮ ਦੀ ਪ੍ਰਾਪਤੀ ਕੀਤੀ ਹੈ। ਹਾਂ, ਧਰਮ ਦੇ ਕਰਮ ਸਾਰੇ ਹੀ ਕਰ ਰਹੇ ਨੇ, ਧਰਮ ਦੇ ਕਰਮ ਸਾਰੇ ਹੀ ਕਰ ਰਹੇ ਨੇ, ਇੱਕ ਸਤ ਸੰਗਤ ਨੂੰ ਛੱਡ ਕੇ। ਧਰਮ ਦੇ ਨਾਮ ਉੱਤੇ ਕਰਮ ਬਹੁਤ ਹੋ ਰਹੇ ਨੇ, ਧਾਰਮਿਕ ਰੀਤੀ ਰਿਵਾਜ ਰਸਮਾਂ ਬੜੀਆਂ ਨਿਭਾਈਆਂ ਜਾ ਰਹੀਆਂ ਨੇ। ਇੱਕ ਸੰਗਤ ਵਿੱਚ ਬੈਠ ਕੇ ਇਹਦੇ ਤੋਂ ਬਿਨਾਂ ਬਾਕੀ ਹੋਰ ਸਾਰੇ ਹੀ ਕਰਮ ਹੋ ਰਹੇ ਆ।
ਮਹਾਰਾਜ ਕਹਿੰਦੇ ਫਿਰ ਪਤਾ ਕੀ ਹੋਏਗਾ, ਵਿੱਚ ਹਉਮੈ ਕਰਮ ਕਮਾਵੰਦੇ। ਸੰਗਤ ਵਿੱਚ ਆ ਕੇ ਬੈਠਣ ਨਾਲ ਹਉਮੈ ਦਾ ਨਾਸ਼ ਹੁੰਦਾ ਹੈ, ਹੰਕਾਰ ਦਾ ਨਾਸ਼ ਹੁੰਦਾ ਹੈ। ਪਰ ਜਿਹੜੇ ਸਤ ਸੰਗਤ ਵਿੱਚ ਆਏ ਹੀ ਨਹੀਂ ਹੈ, ਉਹਨਾਂ ਨੇ ਧਰਮ ਦੇ ਕਰਮ ਕੀਤੇ ਜ਼ਰੂਰ ਨੇ, ਪਰ ਵਿੱਚ ਹਉਮੈ ਕਰਮ ਕਮਾਵੰਦੇ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੀਰਥ ਵਰਤ ਅਰ ਦਾਨ ਕਰ, ਇਹ ਵੀ ਧਰਮ ਦੇ ਨਾਮ ਤੇ ਹੀ ਕੀਤਾ। ਤੀਰਥ ਵਰਤ ਅਰ ਦਾਨ ਪੁੰਨ ਜਿੰਨਾ ਵੀ ਅਸੀਂ ਕੀਤਾ ਹੈ, ਇਹਦੇ ਪਿੱਛੇ ਕੀ ਕੀਤਾ, ਮਨ ਮੈਂ ਧਰੈ ਗੁਮਾਨ, ਇਹਦੇ ਪਿੱਛੇ ਗੁਮਾਨ ਅੰਦਰ ਆ ਗਿਆ। ਤੇ ਸਭ ਕਹਿੰਦੇ ਜਿਹਦੇ ਅੰਦਰ ਹੰਕਾਰ ਆ ਗਿਆ, ਜਿਉਂ ਵੇਸਵਾ ਪੁੱਤ ਨਿਨਾਓ। ਜਿਸ ਤਰ੍ਹਾਂ ਇੱਕ ਬੇਸ਼ਵਾ ਦੇ ਪੁੱਤਰ ਦੇ ਪਿਤਾ ਦਾ ਕੋਈ ਨਾਮ ਨਹੀਂ ਹੁੰਦਾ, ਇਸੇ ਤਰ੍ਹਾਂ ਜਿਹੜਾ ਸਤ ਸੰਗ ਵਿੱਚ ਆ ਕੇ ਪਰਮੇਸ਼ਵਰ ਦੇ ਨਾਮ ਨਾਲ ਨਹੀਂ ਜੁੜਦਾ, ਉਹਦਾ ਕੋਈ ਖਸਮ ਨਹੀਂ ਹੁੰਦਾ, ਉਹਦਾ ਕੋਈ ਖਸਮ ਨਹੀਂ ਹੁੰਦਾ। ਉਹਦਾ ਅੱਜ ਕੋਈ ਹੋਰ ਹੈ, ਕੱਲ ਕੋਈ ਹੋਰ ਹੈ, ਪਰਸੋਂ ਕੋਈ ਹੋਰ ਹੈ। ਜਿਵੇਂ ਜਿਵੇਂ ਦਿਨ ਵੱਧਦੇ ਆ, ਉਹਦੇ ਮਾਲਕ ਵੀ ਬਦਲਦੇ ਜਾਂਦੇ ਆ। ਅੱਜ ਉਹ ਕਿਸੇ ਨੂੰ, ਕਿਉਂਕਿ ਉਹ ਮਤਲਬੀ ਹੁੰਦਾ ਹੈ, ਉਹਨੇ ਆਪਣਾ ਮਤਲਬ ਕੱਢਣਾ ਹੁੰਦਾ ਹੈ, ਆਪਣਾ ਮਤਲਬ ਪੂਰਾ ਕਰਨਾ ਹੁੰਦਾ ਹੈ। ਤੇ ਜਿਹਦੇ ਤੋਂ ਮਤਲਬ ਪੂਰਾ ਹੋਵੇ ਉਹਨੂੰ ਖਸਮ ਬਣਾ ਲੈਂਦਾ ਹੈ, ਉਹਨੂੰ ਆਪਣਾ ਮਾਲਕ ਬਣਾ ਲੈਂਦਾ ਹੈ। ਉਹਦੇ ਨਾਮ ਨਾਲ ਹੀ ਉਹ ਜੁੜ ਜਾਂਦਾ ਹੈ। ਜਿੱਥੋਂ ਉਹਨੂੰ 4 ਦਮੜੇ ਮਿਲਦੇ ਹੋਣ, ਉਹਨੂੰ 4 ਟੁਕੜੇ ਮਿਲਦੇ ਹੋਣ, ਉਹ ਉਹਦਾ ਨਾਮ ਹੀ ਆਪਣੇ ਨਾਮ ਦੇ ਨਾਲ ਜੋੜ ਲੈਂਦਾ ਹੈ। ਫਿਰ ਉਹਦਾ ਇੱਕ ਖਸਮ ਨਾ ਹੋਇਆ, ਫਿਰ ਉਹਦਾ ਇੱਕ ਮਾਲਕ ਨਾ ਹੋਇਆ। ਤੇ ਜਿਹਦਾ ਇੱਕ ਮਾਲਕ ਨਹੀਂ ਹੁੰਦਾ, ਉਹਨੂੰ ਬੜੀ ਵੱਡੀ ਚੋਟ ਗੁਰੂ ਰਾਮਦਾਸ ਜੀ ਨੇ ਦਿੱਤੀ ਹੈ। ਕਹਿੰਦੇ ਉਹਦੀ ਹਾਲਤ ਇਦਾਂ ਹੈ, ਜਿਉਂ ਬੇਸਵਾ ਪੁੱਤ ਨਿਨਾਓ। ਜਿਉਂ ਮੈਨੇ ਜਿਵੇਂ ਇੱਕ ਵੇਸ਼ਵਾ ਦੇ ਪੁੱਤਰ ਦੇ ਪਿਤਾ ਦਾ ਕੋਈ ਨਾਮ ਨਹੀਂ ਹੁੰਦਾ ਹੈ, ਇਸੇ ਤਰ੍ਹਾਂ ਜਿਹੜੇ ਕਹਿੰਦੇ ਨੇ ਗੁਰੂ ਵਾਲੇ ਨਹੀਂ ਬਣਦੇ, ਜਿਹੜੇ ਇੱਕ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦੇ, ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਨਹੀਂ ਜੁੜਦੇ, ਉਹਨਾਂ ਦੀ ਹਾਲਤ ਵੀ ਹੈ ਕਿ ਉਹਨਾਂ ਦੇ ਨਿਤ 100 ਖਸਮ ਬਣਦੇ ਆ। ਉਹਨਾਂ ਦੇ ਨਿਤ ਜਿਹੜੇ ਆ ਉਹ ਮਾਲਕ ਬਦਲਦੇ ਰਹਿੰਦੇ ਆ। ਪਰ ਜਿਹੜਾ ਪਰਮੇਸ਼ਵਰ ਨਾਲ ਜੁੜ ਗਿਆ, ਉਹ ਕਹਿੰਦਾ ਮੈਂ ਹੋਰ ਥਾਉ ਨਹੀਂ, ਕਿਉਂਕਿ ਮੇਰਾ ਹੋਰ ਮਾਲਕ ਹੀ ਕੋਈ ਨਹੀਂ ਹੈ। ਮੇਰਾ ਤੇ ਇੱਕੋ ਹੀ ਮਾਲਕ ਹੈ, ਜਿਹਦੇ ਅੱਗੇ ਮੈਂ ਅਰਜ਼ੋਈ ਕਰਨੀ ਹੈ। ਮੇਰਾ ਤੇ ਹੋਰ ਕੋਈ ਦੂਜਾ ਤੀਜਾ ਚੌਥਾ ਥਾਂ ਹੀ ਕੋਈ ਨਹੀਂ ਹੈ। ਮੈਂ ਹੋਰ ਥਾਉ ਨਹੀਂ, ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਹ ਅਕਾਲ ਪੁਰਖ ਜੀ, ਮੇਰਾ ਤੂੰ ਹੀ ਮਾਲਕ ਹੈ। ਜੇ ਸੁੱਖ ਦੇਂਗਾ ਤਾਂ ਵੀ ਤੈਨੂੰ, ਦੁੱਖ ਦੇਂਗਾ ਤਾਂ ਵੀ ਤੈਨੂੰ। ਜਿੱਦਾਂ ਦੀ ਵੀ ਹਾਲਤ 'ਚ ਰੱਖੇਗਾ, ਮੈਂ ਜੁੜਨਾ ਤੇਰੇ ਨਾਲ ਹੀ ਹੈ, ਕਿਉਂਕਿ ਤੂੰ ਹੀ ਇੱਕੋ ਇੱਕ ਮੇਰਾ ਮਾਲਕ ਹੈ। ਇਹ ਨਹੀਂ ਦੁੱਖ ਵੇਲੇ ਹੋਰ ਤੇ ਸੁੱਖ ਵੇਲੇ ਹੋਰ। ਇਸ ਜਦੋਂ ਇੱਕ ਪਰਮੇਸ਼ਵਰ ਦੇ ਨਾਮ ਰੰਗ ਦੇ ਵਿੱਚ ਜਿਹੜਾ ਰੰਗਿਆ ਗਿਆ ਨਾ, ਉਹਨੇ ਆਖਿਆ ਜੇ ਸੁਖ ਦੇ ਤਾ ਤੁਝੇ ਅਰਾਧੀ, ਦੁੱਖ ਭੀ ਤੁਝੇ ਧਿਆਈ। ਇਹ ਇੱਕ ਖਸਮ ਵਾਲੇ ਆ, ਇਹ ਇੱਕ ਮਾਲਕ ਵਾਲੇ ਆ। ਪਰ ਇਹ ਨਹੀਂ ਕਿ ਦੁੱਖ ਵੇਲੇ ਹੋਰ ਤੇ ਸੁੱਖ ਵੇਲੇ ਹੋਰ। ਸਤਿਗੁਰੂ ਮਹਾਰਾਜ ਜੀ ਨੇ ਆਖਿਆ ਸੰਤ ਜਨਾ ਵਿਣ, ਜਿਹੜਾ ਚਾਉ ਪੈਦਾ ਹੋਣਾ ਨਾ, ਰਹਾਉ ਵਾਲੀ ਪੰਕਤੀ ਵਿੱਚ ਸਮਝਾਇਆ, ਮਨ ਹਰ ਹਰ ਲੱਗਾ ਚਾਉ। ਉਹ ਚਾਉ ਕਿਵੇਂ ਪੈਦਾ ਹੋਏਗਾ? ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਪੈਦਾ ਨਹੀਂ ਹੋਣਾ। ਗੁਰਮੁਖਾਂ ਦੀ ਸੰਗਤ ਤੋਂ ਬਿਨਾਂ ਇਹ ਚਾਉ ਨਹੀਂ ਪੈਦਾ ਹੋਣਾ, ਤੇ ਚਾਉ ਤੋਂ ਬਿਨਾਂ ਗੁਰੂ ਨੇ ਨਾਮ ਦੀ ਬਖਸ਼ਿਸ਼ ਨਹੀਂ ਦੇਣੀ। ਇਸ ਲਈ ਗੁਰਮੁਖਾਂ ਦੀ ਸੰਗਤ ਕਰਨੀ ਜ਼ਰੂਰੀ ਹੈ। ਸੰਤ ਜਨਾ ਵਿਣ ਭਾਈਆਂ, ਹਰ ਕਿਨੇ ਨ ਪਾਇਆ ਨਾਉ, ਵਿੱਚ ਹਉਮੈ ਕਰਮ ਕਮਾਵੰਦੇ। ਜਿਹੜੇ ਹਉਮੈ ਦੇ ਵਿੱਚ ਧਰਮ ਦੇ ਨਾਮ ਤੇ ਕਰਮ ਕਮਾਉਂਦੇ ਹਨ, ਉਹਨਾਂ ਦੀ ਹਾਲਤ ਇਸ ਤਰ੍ਹਾਂ ਹੈ, ਜਿਉਂ ਵੇਸਵਾ ਪੁੱਤ ਨਿਨਾਓ। ਜਿਵੇਂ ਇੱਕ ਵੇਸਵਾ ਦੇ ਪੁੱਤਰ ਦੇ ਪਿਤਾ ਦਾ ਕੋਈ ਨਾਮ ਨਹੀਂ ਹੁੰਦਾ ਹੈ। ਪਿਤਾ ਜਾਤ ਤਾਂ ਹੋਈਐ, ਗੁਰ ਤੁਠਾ ਕਰੇ ਪਸਾਓ। ਵੱਡ ਭਾਗੀ ਗੁਰ ਪਾਇਆ, ਹਰ ਅਹਨਸ ਲੱਗਾ ਪਾਓ। ਹੁਣ ਵੱਖਰੀਆਂ ਵੱਖਰੀਆਂ ਜਾਤਾਂ ਦੇ ਜਾਲ ਵਿੱਚ ਅਸੀਂ ਫਸ ਗਏ।
ਪਿਤਾ ਜਾਤ ਤਾਂ ਪਾਈ ਹੈ, ਜਿਹੜੀ ਪਿਤਾ ਨੇ ਸਾਨੂੰ ਜਾਤੀ ਦਿੱਤੀ ਹੈ ਨਾ, ਉਹ ਤਾਂ ਅਸੀਂ ਉਹਦੇ ਵਿੱਚ ਆਵਾਂਗੇ ਜੇ ਸਾਨੂੰ ਉਹਦੀ ਸਮਝ ਹੋਏਗੀ। ਤਾਂ ਸਾਨੂੰ ਹੋਰ ਜਾਤੀਆਂ ਵਿੱਚ ਫਸਾ ਕੇ ਨਫ਼ਰਤ ਪੈਦਾ ਕਰ ਦਿੱਤੀ। ਪਰ ਸਾਡੀ ਅਸਲ ਜਾਤੀ ਕਿਹੜੀ ਹੈ? ਜਿਹੜੀ ਪਰਮਾਤਮਾ ਨੇ ਸਾਨੂੰ ਜਾਤੀ ਦਿੱਤੀ ਹੈ। ਜਿਵੇਂ ਪਸ਼ੂ ਇੱਕ ਜਾਤੀ ਹੈ, ਪੰਛੀ ਇੱਕ ਜਾਤੀ ਹੈ, ਜਾਨਵਰ ਇੱਕ ਜਾਤੀ ਹੈ, ਇਸੇ ਤਰ੍ਹਾਂ ਮਨੁੱਖ ਵੀ ਇੱਕ ਜਾਤੀ ਹੈ। ਅਸੀਂ ਮਨੁੱਖਾ ਜਾਤੀ ਵਿੱਚ ਆਏ ਹਾਂ, ਮਨੁੱਖਾ ਪ੍ਰਣਾਲੀ, ਮਨੁੱਖਾ ਸ਼੍ਰੇਣੀ ਵਿੱਚ ਆਏ ਹਾਂ ਅਸੀਂ। ਪਰ ਮਨੁੱਖਾ ਜਾਤੀ ਭੁੱਲ ਗਏ। ਸਾਨੂੰ ਹੋਰ ਜਾਤਾਂ ਜਿਹੜੀਆਂ ਸੀ ਇਹਦੇ 'ਚ ਉਲਝਾ ਦਿੱਤਾ ਗਿਆ। ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ। ਔਰ ਐਸੇ ਜਾਤ ਵਿੱਚ ਅਸੀਂ ਫਸੇ ਹੋਏ ਹਾਂ। ਅਸੀਂ ਧਰਮ ਦੇ ਅਸਥਾਨ ਵੀ ਜਾਤਾਂ ਵਿੱਚ ਵੰਡ ਕੇ ਰੱਖ ਦਿੱਤੇ ਵੀ ਆਹ ਅਸਥਾਨ ਉੱਚੀ ਜਾਤੀਆਂ ਵਾਲਿਆਂ ਦਾ ਹੈ, ਆਹ ਵਾਲਾ ਅਸਥਾਨ ਨੀਵੀਂ ਜਾਤੀ ਵਾਲਿਆਂ ਦਾ ਹੈ। ਇੱਥੇ ਉੱਚੀ ਜਾਤੀ ਵਾਲੇ ਆਉਣਗੇ, ਇੱਥੇ ਨੀਵੀਂ। ਫਿਰ ਅਸੀਂ ਜਿਹੜੀ ਪਿਤਾ ਨੇ ਜਾਤ ਦਿੱਤੀ ਸੀ ਉਹ ਤੇ ਸਾਡੇ ਕੋਲ ਹੈ ਹੀ ਕੋਈ ਨਹੀਂ। ਜਿਹੜੀ ਸਾਡੇ ਪਿਤਾ ਦੀ ਕੁੱਲ ਸੀ, ਜਿਹੜੀ ਸਾਡੇ ਪਿਤਾ ਦੀ ਜਾਤ ਸੀ, ਉਹ ਤੇ ਸਾਡੇ ਕੋਲ ਹੈ ਹੀ ਕੋਈ ਨਹੀਂ। ਬਹੁਤ ਚਲੋ ਹੋਰ ਸਮਝਾਉਣ ਦਾ, ਸਮਝਣ ਦਾ ਯਤਨ ਕਰਾਂ। ਬਹੁਤ ਪਰਿਵਾਰ ਐਸੇ ਨੇ ਜਿਨ੍ਹਾਂ ਦੇ ਦਾਦੇ ਪੜਦਾਦੇ ਜੇ ਦੇਖਿਆ ਜਾਏ ਤੇ ਗੁਰੂ ਚਰਨਾਂ ਵਿੱਚ ਬਾਣੀ ਤੇ ਬਾਣੀ ਦੇ ਧਾਰਨੀ ਰਹੇ ਆ। ਪਰ ਅੱਗੋਂ ਜਦੋਂ ਪੁੱਤ ਪੋਤਰਿਆਂ ਪੜਪੋਤਰਿਆਂ ਨੂੰ ਵੇਖਿਆ, ਕੋਈ ਕਿਸੇ ਧਰਮ 'ਚ ਚਲਾ ਗਿਆ, ਕੋਈ ਕਿਸੇ 'ਚ ਚਲਾ ਗਿਆ, ਕੋਈ ਈਸਾਈ ਬਣ ਗਿਆ, ਕੋਈ ਕੁਛ ਬਣ ਗਿਆ, ਕੋਈ ਕੁਛ। ਪਰ ਜਦੋਂ ਇਹਨਾਂ ਦੇ ਬਾਪ ਦਾਦੇ ਬਜ਼ੁਰਗਾਂ ਵੱਲ ਵੇਖਿਆ ਤੇ ਉਹ ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗੇ ਹੋਏ। ਪਰ ਅਗਾਂਹ ਜਿਹੜੇ ਪੁੱਤ ਪੋਤਰੇ ਸੀ ਉਹ ਕਿਸੇ ਹੋਰ ਰੰਗ ਵਿੱਚ ਰੰਗੇ ਗਏ। ਫਿਰ ਉਹ ਜਿਹੜੀ ਕੁੱਲ, ਉਹ ਜਿਹੜੀ ਅਸਲ ਵਿੱਚ ਕੁੱਲ ਸੀ, ਉਹ ਤਾਂ ਨਾ ਰਹੀ। ਫਿਰ ਅਗਾਂਹ ਜਾ ਕੇ ਅਸੀਂ ਹੋਰ ਹੀ ਆਪਣੇ ਆਪ ਨੂੰ ਅਖਾਉਣ ਲੱਗ ਪਏ। ਇੱਥੇ ਸਾਨੂੰ ਜਿਹੜੀ ਗੱਲ ਸਮਝਾਈ, ਸਾਨੂੰ ਆਖਿਆ ਸੀ ਜਿਹੜੀ ਜਾਤੀ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤੀ ਹੈ, ਉਹਨੂੰ ਸਮਝ ਕੇ ਚੱਲੋ। ਅਸੀਂ ਸਾਡੀ ਇਹ ਜਾਤ ਜਿਹੜੀ ਹੈ ਇਹ ਕਿਨੇ, ਅਸੀਂ ਕਿਹਦੀ ਕੁੱਲ ਵਿੱਚੋਂ ਆ। ਸਮਾਂ ਪਾ ਕੇ ਅਸੀਂ ਦੁਨੀਆ ਦੇ ਰੰਗ ਵਿੱਚ ਰੰਗੇ ਗਏ। ਆਪਣੇ ਅਸੀਂ ਜਿਹੜੇ ਬਾਬੇ ਸੀ ਉਹ ਵੀ ਬਣਾ ਲਏ। ਪਰ ਅਸੀਂ ਕਿੰਨਾ ਬਾਬਿਆਂ ਦੇ ਸਦਕਾ ਅੱਜ ਸੁੱਖ ਆਜ਼ਾਦੀਆਂ ਮਾਣਦੇ ਹਾਂ, ਉਹ ਭੁੱਲ ਹੀ ਗਏ ਅਸੀਂ। ਜਦੋਂ ਇੱਕ ਹਫ਼ਤਾ ਆਉਂਦਾ ਨਾ ਦਸੰਬਰ ਦਾ, ਬਸ ਉਦੋਂ ਹੀ ਉਹ ਬਾਬੇ ਚੇਤੇ ਆਉਂਦੇ ਆ। ਉਦੋਂ ਹੀ ਚੇਤੇ ਆਉਂਦੇ ਆ ਵੀ ਬਸ ਹੁਣ ਜਾ ਕੇ ਇੱਕ ਵਾਰੀ ਉਹਨਾਂ ਬਾਬਿਆਂ ਦੇ ਮੱਥਾ ਟੇਕ ਆਈਏ ਤੇ ਚਲੋ ਮੁੜ ਕੇ ਸਾਰਾ ਸਾਲ ਚੇਤੇ ਹੀ ਕੋਈ ਨਾ ਆਵੇ। ਸਾਨੂੰ ਉਹ ਬਾਬੇ ਉੱਠਦਿਆਂ ਬਹਿੰਦਿਆਂ ਚੱਲਦਿਆਂ ਫਿਰਦਿਆਂ ਹਰ ਵੇਲੇ ਚੇਤੇ ਰਹਿਣੇ ਚਾਹੀਦੇ ਸਨ। ਉਹ ਬਾਬੇ ਕਿਹੜੇ ਨੇ? ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਸਾਨੂੰ ਆ ਚਾਰ ਹਰ ਵੇਲੇ ਚੇਤੇ ਰਹਿਣੇ ਚਾਹੀਦੇ ਸਨ। ਜੇ ਹਰ ਵੇਲੇ ਚੇਤੇ ਰਹਿਣ ਤਾਂ ਸਾਡੀ ਨੌਜਵਾਨ ਪੀੜ੍ਹੀ ਕਦੇ ਗੁੰਮਰਾਹ ਨਹੀਂ ਹੋਏਗੀ। ਸਾਡੇ ਨੌਜਵਾਨ ਵੀਰ ਜਿਹੜੇ ਨੇ ਇਹ ਕਦੇ ਵੀ ਨਸ਼ਿਆਂ ਵਾਲੇ ਪਾਸੇ ਜਾਂ ਜੋਬਨ ਨੂੰ ਗਲਤਾਨ ਕਰਨ ਵਾਲੇ ਪਾਸੇ ਜਾਂ ਹੁੱਲੜਬਾਜ਼ੀ ਬਾਰੇ ਪਾਸੇ ਜਾਂ ਜੋ ਵੀ ਅੱਜ ਸੰਸਾਰ ਵਿੱਚ ਹੋ ਰਿਹਾ ਉਸ ਪਾਸੇ ਸਾਡੀ ਨੌਜਵਾਨ ਪੀੜ੍ਹੀ ਜਾਏਗੀ ਨਹੀਂ। ਜੇ ਉਹਨਾਂ ਨੂੰ ਪਤਾ ਹੋਏਗਾ ਕਿ ਅਸੀਂ ਕਿਹਨਾਂ ਦੇ ਵਾਰਸ ਹਾਂ, ਕਿਹਨਾਂ ਦੀ ਕੁੱਲ ਵਿੱਚੋਂ ਸਾਡਾ ਜਨਮ ਹੋਇਆ। ਕਿਉਂਕਿ ਜੇ ਚਾਰ ਸਾਹਿਬਜ਼ਾਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੁਸੀਂ ਨਾ ਵਾਰਦੇ ਤੇ ਫਿਰ ਸਾਡੀ ਹਾਲਤ ਕੀ ਹੋਣੀ ਸੀ? ਸਾਡੀ ਹਾਲਤ ਕੀ ਹੋਣੀ ਸੀ? ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਫਿਰ ਸਾਡਾ ਹੁਲੀਆ, ਸਾਡਾ ਪਹਿਰਾਵਾ, ਸਾਡਾ ਰਹਿਣ ਸਹਿਣ ਦਾ ਢੰਗ ਹੀ ਹੋਰ ਹੋਣਾ ਸੀ। ਪਰ ਅਸੀਂ ਭੁੱਲ ਗਏ ਸਾਡੇ ਬਾਬਿਆਂ ਦੀ ਕੁਰਬਾਨੀ ਕਿੰਨੀ ਵੱਡੀ ਹੈ। ਜੇ ਸਾਹਿਬਜ਼ਾਦੇ ਦੀਵਾਰ ਵਿੱਚ ਨੀਹਾਂ ਵਿੱਚ ਖਲੋ ਕੇ ਦੀਵਾਰ ਵਿੱਚ ਨਾ ਚਿਣੇ ਜਾਂਦੇ ਤੇ ਸਿੱਖੀ ਦਾ ਮਹਿਲ ਕਿੱਥੇ ਖੜਾ ਹੋਣਾ ਸੀ? ਉਹਨਾਂ ਨੇ ਤੇ ਆਖਿਆ ਹਮ ਆਪਣੀ ਜਾਨੇ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ। ਉਹ ਕਹਿੰਦੇ ਅਸੀਂ ਆਪਣੇ ਸਿਰਾਂ ਦੇ ਉੱਤੇ ਸਿੱਖੀ ਦਾ ਮਹਿਲ ਉਸਾਰ ਚੱਲੇ ਆ। ਗੁਰੂ ਕੇ ਪਿਆਰਿਓ, ਤੁਸੀਂ ਮਹਿਲ ਉਸਾਰਨਾ ਨਹੀਂ, ਕੇਵਲ ਤੇ ਕੇਵਲ ਮਹਿਲ ਦੇ ਵਿੱਚ ਆ ਕੇ ਬੈਠਣਾ ਹੈ। ਪਰ ਅਸੀਂ ਤੇ ਮਹਿਲ ਵੀ ਵਿਸਾਰ ਦਿੱਤਾ, ਬਹਿਣਾ ਵੀ ਵਿਸਾਰ ਦਿੱਤਾ।
ਉਹਨਾਂ ਨੂੰ ਵੀ, ਉਹਨਾਂ ਦੀ ਕੁਰਬਾਨੀ ਵੀ ਵਿਸਾਰ ਦਿੱਤੇ। ਫਿਰ ਕਿਵੇਂ ਸਾਡੇ ਜੀਵਨ ਵਿੱਚ ਜਿਹੜੀ ਖੁਸ਼ਹਾਲੀ ਹੈ ਉਹ ਆਵੇਗੀ। ਗੁਰੂ ਰਾਮਦਾਸ ਮਹਾਰਾਜ ਜੀ ਜਿਹੜੀ ਗੱਲ ਜਾਤ ਦੀ ਕਰਨ ਲੱਗਾ ਸਾਂ ਕਿ ਕਈ ਥਾਵਾਂ ਤੇ ਜਦੋਂ ਪ੍ਰਚਾਰ ਕਰਨ ਲਈ ਗੁਰੂ ਸਾਹਿਬ ਜੀ ਭੇਜਦੇ ਆ ਨਾ, ਤੇ ਕਈ ਥਾਵਾਂ ਤੇ ਦੋ ਦੋ ਗੁਰੂ ਘਰ ਜਦੋਂ ਇੱਕੋ ਹੀ ਪਿੰਡ ਵਿੱਚ ਜਾਂ ਮਹੱਲੇ ਵਿੱਚ ਦੇਖੀਦੇ ਆ, ਔਰ ਇਹ ਨਹੀਂ ਕਿ ਦੂਰੀ ਦੂਰੀ ਤੇ, ਬਿਲਕੁਲ ਨਾਲ ਨਾਲ। ਤੇ ਪੁੱਛਿਆ ਵੀ ਬਿਲਕੁਲ ਨਾਲ ਨਾਲ ਹੀ ਦੋ ਘਰ ਕਿਉਂ ਬਣਾ ਦਿੱਤੇ? ਉਹਨਾਂ ਆਖਿਆ ਜੀ ਇੱਥੇ ਉੱਚੀ ਜਾਤੀ ਵਾਲੇ ਆਉਂਦੇ ਨੇ, ਇੱਥੇ ਨੀਵੀਂ ਜਾਤੀ ਵਾਲੇ ਆਉਂਦੇ ਆ। ਇਹਦਾ ਮਤਲਬ ਅਸੀਂ ਬਿਲਡਿੰਗਾਂ ਨੂੰ ਵੰਡ ਕੇ ਤਾਂ ਕਹਿ ਦਿੱਤਾ, ਪਰ ਜਿਹੜਾ ਅੰਦਰ ਪ੍ਰਕਾਸ਼ ਕੀਤਾ ਉਹ ਤੇ ਇੱਕੋ ਹੀ ਹੈ। ਜਿਹੜਾ ਤੁਸੀਂ ਨੀਵੀਂ ਜਾਤੀਆਂ ਲਈ ਬਣਾ ਦਿੱਤਾ ਉਹਦੇ ਅੰਦਰ ਵੀ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੈ। ਜਿਹੜਾ ਉੱਚੀ ਜਾਤੀ ਲਈ ਬਣਾਇਆ ਉਹਦੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਜਿੱਥੇ ਨੀਵੀਂ ਜਾਤੀ ਵਾਲਾ ਅਸਥਾਨ ਬਣਾਇਆ ਪਾਠ, ਉੱਥੇ ਵੀ ਜਪਜੀ ਸਾਹਿਬ ਦਾ, ਸੋਦਰ ਦੀ ਬਾਣੀ ਦਾ, ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ, ਤੇ ਪਾਠ ਉੱਥੇ ਵੀ ਉਹੀ ਹੁੰਦਾ। ਫਿਰ ਫਰਕ ਕੀ ਹੈ? ਅਸੀਂ ਇਹਨਾਂ ਜਾਤਾਂ ਵਿੱਚ ਹੀ ਉਲਝ ਕੇ ਤੇ ਆਪਣੇ ਅੰਦਰ ਨਫ਼ਰਤ ਪਾਲ ਕੇ ਬੈਠ ਗਏ ਹਾਂ। ਪਰ ਜਿਹਦੀ ਗੁਰਬਾਣੀ ਪੜ੍ਹਨ ਸੁਣਨ ਲਈ ਆ ਰਹੇ ਹਾਂ ਉਹ ਸਾਨੂੰ ਇਸ ਜਾਤਾਂ ਦੇ ਵਿੱਚ ਰੱਖਦਾ ਹੀ ਨਹੀਂ। ਉਹ ਤੇ ਇਹਦੇ ਤੋਂ ਉੱਪਰ ਉਠਾ ਕੇ ਕਹਿੰਦਾ ਤੂੰ ਮਨੁੱਖਾ ਜਾਤੀ ਵਿੱਚ ਆਇਆ ਹੈ, ਪਰ ਤੇਰੀ ਮਨੁੱਖਾ ਜਾਤੀ ਵਿਸਰਨ ਕਰਕੇ ਤੂੰ ਪਸ਼ੂ ਜਾਤੀ ਵਿੱਚ ਚਲਾ ਗਿਆ। ਤੇ ਪਸ਼ੂ ਜਾਤੀ ਕੀ ਹੈ? ਪਸ਼ੂ ਦੇ ਗਲ 'ਚ ਸੰਗਲ ਪਾਓ ਤੇ ਜਿੱਧਰ ਮਰਜ਼ੀ ਲੈ ਜਾਓ। ਪਸ਼ੂ ਦੇ ਗਲ ਨੱਕ ਵਿੱਚ ਨਕੇਲ ਪਾਓ ਤੇ ਜਿੱਧਰ ਮਰਜ਼ੀ ਲੈ ਜਾਓ। ਅਸੀਂ ਆਪਣੀ ਜਾਤੀ ਭੁੱਲ ਗਏ, ਤਾਂ ਹੀ ਤੇ ਆਹ ਜਾਤੀਆਂ 'ਚ ਫਸ ਗਏ। ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਇਹਦੇ ਵਿੱਚ ਉਲਝ ਕੇ ਰਹਿ ਗਏ। ਪਰ ਮਹਾਰਾਜ ਕਹਿੰਦੇ ਨਹੀਂ, ਮੈਂ ਤੇਰੇ ਨੱਕ ਵਿੱਚੋਂ ਇਹ ਗੁਲਾਮੀ ਦੀ ਨਕੇਲ ਕੱਢਣਾ ਚਾਹੁੰਦਾ। ਮੈਂ ਤੇਰੇ ਗਲ ਵਿੱਚ ਪਏ ਹੋਏ ਇਸ ਸੰਗਲ ਨੂੰ ਲਾਹਣਾ ਚਾਹੁੰਦਾ ਹਾਂ। ਤੂੰ ਮਨੁੱਖਾ ਜਾਤੀ ਵਿੱਚ ਹੈ, ਤੂੰ ਪਰਮੇਸ਼ਵਰ ਦੀ ਕੁੱਲ ਵਿੱਚੋਂ ਹੈ। ਤੈਨੂੰ ਪਰਮੇਸ਼ਵਰ ਨੇ ਪੈਦਾ ਕੀਤਾ, ਤੈਨੂੰ ਜਨਮ ਉਹਨੇ ਦਿੱਤਾ ਹੈ। ਤੂੰ ਏਕ ਪਿਤਾ ਏਕਸ ਕੇ ਹਮ ਬਾਰਕ। ਤੂੰ ਆਹ ਗੱਲ ਸਮਝ ਕੇ ਚੱਲ, ਨਹੀਂ ਤੇ ਹਾਲਤ ਕੀ ਹੋ ਗਈ? ਆਪਣੀ ਜਾਤੀ ਜਦੋਂ ਭੁੱਲ ਗਈ ਨਾ, ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ। ਜਾਤੀ ਤਾਂ ਮਾਨਸ ਵਾਲੀ ਹੈ, ਪਰ ਅਸੀਂ ਫਸ ਗਏ ਪਸ਼ੂ ਵਿੱਚ। ਜਦੋਂ ਪਸ਼ੂ ਵਾਲੀ ਬਿਰਤੀ ਅੰਦਰ ਹੋਈ, ਫਿਰ ਕੋਈ ਵੀ ਸਾਨੂੰ ਸੰਗਲ ਪਾ ਕੇ ਲੈ ਜਾਂਦਾ ਹੈ, ਕੋਈ ਵੀ ਸਾਡੇ ਨੱਕ ਵਿੱਚ ਨਕੇਲ ਪਾ ਕੇ ਲੈ ਜਾਂਦਾ, ਕਿਉਂਕਿ ਸਾਨੂੰ ਆਪਣੀ ਜਾਤੀ ਦਾ ਹੀ ਨਹੀਂ ਪਤਾ, ਸਾਨੂੰ ਆਪਣੀ ਕੁੱਲ ਦਾ ਹੀ ਨਹੀਂ ਪਤਾ ਕਿ ਸਾਨੂੰ ਇਹ ਜਨਮ ਕਿਹਨੇ ਦਿੱਤਾ ਹੈ, ਸਾਨੂੰ ਸਾਜਿਆ ਸਵਾਰਿਆ ਸ਼ਿੰਗਾਰਿਆ ਕਿਹਨੇ ਹੈ। ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ, ਕਹਿੰਦੇ ਪਿਤਾ ਜਾਤ ਤਾਂ ਹੋਈ ਹੈ। ਤੂੰ ਆਪਣੇ ਪਿਤਾ ਦੀ ਜਾਤੀ ਵਾਲਾ, ਕੁੱਲ ਵਾਲਾ ਤਾਂ ਹੋਏਗਾ। ਗੁਰ ਤੁਠਾ ਕਰੇ ਪਸਾਓ, ਜਦੋਂ ਗੁਰੂ ਤੁਰੁੱਠ ਕੇ ਤੇਰੇ ਤੇ ਮਿਹਰ ਕਰੇਗਾ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਦੀ ਪੌਲ ਦੇਣ ਵਾਸਤੇ ਖਾਲਸਾ ਪੰਥ ਸਾਜਿਆ ਸੀ, ਤੇ ਇਹ ਨਫ਼ਰਤ ਪੈਦਾ ਕਰਨ ਵਾਸਤੇ ਨਹੀਂ ਸੀ ਸਾਜਿਆ, ਇਹ ਵੰਡੀਆਂ ਪਾਉਣ ਵਾਸਤੇ ਨਹੀਂ ਸੀ ਸਾਜਿਆ। ਪੰਜਾਂ ਪਿਆਰਿਆਂ ਦੀ ਚੋਣ ਕਿੰਨੇ ਕਮਾਲ ਦੀ ਹੈ। ਕੋਈ ਕਿਸੇ ਸ਼ਹਿਰ ਚੋਂ ਆਇਆ, ਕੋਈ ਕਿਸੇ ਚੋਂ ਆਇਆ, ਕੋਈ ਕਿਸੇ ਚੋਂ ਆਇਆ, ਪਰ ਜਦੋਂ ਆਏ ਸੀ ਉਦੋਂ ਵੱਖ-ਵੱਖ ਸੀ। ਪਰ ਜਦੋਂ ਉਹਨਾਂ ਨੂੰ ਖਾਲਸਾ ਪੰਥ ਵਿੱਚ ਲਿਆ ਕੇ ਉਹਨਾਂ ਨੂੰ ਪੰਜਾਂ ਪਿਆਰਿਆਂ ਦਾ ਰੂਪ ਦਿੱਤਾ, ਤੇ ਪੰਜਾਂ ਦੀ ਪਛਾਣ ਖਤਮ ਹੋ ਗਈ। ਇੱਕੋ ਹੀ ਪਛਾਣ ਉਹਨਾਂ ਦੀ ਰਹਿ ਗਈ, ਬਸ ਉਹ ਹੈ ਅਕਾਲ ਪੁਰਖ ਪਰਮੇਸ਼ਵਰ ਦੇ ਰੰਗ ਵਿੱਚ ਜਿਹੜੇ ਰੰਗੇ ਆ। ਅਸੀਂ ਪੰਜਾਂ ਨੂੰ ਪੰਜ ਪਿਆਰਿਆਂ ਦਾ ਨਾਮ ਦੇ ਦਿੱਤਾ। ਜਦੋਂ ਗੁਰੂ ਸਾਹਿਬ ਜੀ ਕੋਲ ਆਏ ਨੇ ਉਦੋਂ ਵੱਖ-ਵੱਖ ਰੂਪ ਵਿੱਚ ਨੇ। ਅੱਜ ਹਾਲਤ ਸਾਡੇ ਨੌਜਵਾਨਾਂ ਦੀ, ਜਾਂ ਕਈ ਐਸੇ ਵੀ ਨੇ ਜਿਨ੍ਹਾਂ ਦੀ ਜ਼ਿੰਦਗੀ ਲੰਘ ਚੱਲੀ ਹੈ, ਪਰ ਹਜੇ ਤੱਕ ਪੰਜ ਪਿਆਰਿਆਂ ਦੇ ਨਾਮ ਵੀ ਚੇਤੇ ਨਹੀਂ ਹੋਏ। ਜਿਨ੍ਹਾਂ ਨੂੰ ਹੈ ਮੁਬਾਰਕ। ਕਈ ਮਾਪੇ ਇੰਨੇ ਕਮਾਈ ਵਾਲੇ ਨੇ, ਉਹਨਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਕਿੰਨੀ ਬਾਣੀ ਕੰਠ ਕਰਵਾ ਦਿੱਤੀ ਹੈ। ਛੋਟੇ-ਛੋਟੇ ਬੱਚੇ ਵੀ ਸਾਡੇ ਨਾਲੋਂ ਵੱਧ ਬਾਣੀ ਕੰਠ ਕਰੀ ਬੈਠੇ ਆ। ਪਰ ਕਈ ਐਸੇ ਵੀ ਨੇ ਜਿਨ੍ਹਾਂ ਦੀ ਉਮਰ 50 ਸਾਲ ਹੋ ਗਈ, ਪਰ ਪੰਜ ਪਿਆਰਿਆਂ ਦੇ ਨਾਮ ਚੇਤੇ ਨਹੀਂ। ਪੰਜ ਪਿਆਰ ਆਉਂਦੇ ਨੇ। ਦੇਖੋ ਕਈ ਵਾਰ ਜ਼ਿਕਰ ਕੀਤਾ, ਇਸੇ ਅਦਾਰੇ ਦੇ ਹੇਠ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਦਾਰੇ ਦੇ ਹੇਠ ਭਾਈ ਗੁਰਦਾਸ ਗੁਰਮਤ ਮਿਸ਼ਨਰੀ ਕਾਲਜ ਚੱਲ ਰਿਹਾ ਹੈ। ਵਿਦਿਆਰਥੀ ਪੜ੍ਹਦੇ ਆ, ਤੇ ਤਕਰੀਬਨ ਸ਼ਾਮ ਨੂੰ ਜਿੰਨੇ ਵੀ ਸੇਵਾ ਨਿਭਾਉਂਦੇ ਆ ਉਹ ਸਾਰੇ ਵਿਦਿਆਰਥੀ ਨੇ।
ਜਿਨ੍ਹਾਂ ਨੇ ਨਾਲ ਪੋਥੀ ਪੜ੍ਹਨੀ ਆ ਜਾਂ ਅਰਦਾਸ ਕਰਨੀ ਆ, ਹੁਕਮ ਲੈਣਾ, ਸਾਰੀ ਸੇਵਾ ਹੀ ਉਹ ਵਿਦਿਆਰਥੀ ਹੀ ਨਿਭਾਉਂਦੇ ਆ। ਪਰ ਜਦ ਕਈ ਵਾਰ ਐਸੇ ਵੀ ਆਉਂਦੇ ਆ, ਪੁੱਛਿਆ ਕਿੰਨੀ ਪੜ੍ਹਾਈ ਕੀਤੀ ਹੈ, ਕਹਿੰਦੇ +2, ਅਸੀਂ 12ਵੀਂ ਪਾਸ ਕਰਕੇ ਆਏ ਆ। ਤੇ ਪੁੱਛਿਆ ਫਿਰ 10 ਗੁਰੂ ਸਾਹਿਬ ਦੇ ਨਾਮ ਸੁਣਾਓ, ਤੇ ਉਹ ਪਤਾ ਕੀ ਸੁਣਾਉਂਦੇ ਆ, ਉਹ ਕਹਿੰਦੇ ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ, ਬਸ। ਪੁੱਛਿਆ 5 ਪਿਆਰਿਆਂ ਦੇ ਨਾਮ ਸੁਣਾਓ, ਉਹ ਕਹਿੰਦੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਬਸ। 12ਵੀਂ ਕਲਾਸ ਦੀ ਪੜ੍ਹਾਈ ਅਸੀਂ ਕਰ ਲਈ ਹੈ, ਪਰ ਉਹਨਾਂ 12 ਕਲਾਸਾਂ ਦੇ ਵਿੱਚ 5 ਪਿਆਰਿਆਂ ਦੇ ਨਾਮ ਨਹੀਂ ਸਾਨੂੰ ਚੇਤੇ ਕਰਵਾਏ ਗਏ। ਸਾਨੂੰ 10 ਗੁਰੂ ਸਾਹਿਬਾਨ ਦੇ ਨਾਮ ਨਹੀਂ ਦ੍ਰਿੜ ਉੱਥੇ ਕਰਵਾਏ ਗਏ। ਸਾਨੂੰ 4 ਸਾਹਿਬਜ਼ਾਦਿਆਂ ਦੇ ਨਾਮ ਨਹੀਂ ਦ੍ਰਿੜ ਕਰਵਾਏ ਗਏ। ਉਦੋਂ ਫਿਰ ਮਨ ਬੜਾ ਜਿਹੜਾ ਦੁਖੀ ਹੁੰਦਾ ਹੈ ਵੀ 12 ਕਲਾਸਾਂ ਪੜ੍ਹ ਕੇ ਬੱਚਾ ਆਇਆ, ਪਰ ਉਹਨੂੰ ਹਜੇ ਦੱਸਾਂ ਇਹ ਅਗਲੀ ਪੜ੍ਹਾਈ ਕਦੋਂ ਸ਼ੁਰੂ ਹੋਏਗੀ? ਜਿਹੜੀ ਅਗਲੀ ਪੜ੍ਹਾਈ ਆਪਾਂ ਕਰਨੀ ਆ ਉਹ ਕਦੋਂ ਸ਼ੁਰੂ ਹੋਏਗੀ? ਹਜੇ ਤੇ ਇਹ ਨਰਸਰੀ ਵਾਲੀ ਪੜ੍ਹਾਈ ਹੈ। 10 ਗੁਰੂ ਸਾਹਿਬਾਨ, 5 ਪਿਆਰੇ, 4 ਸਾਹਿਬਜ਼ਾਦਿਆਂ ਦੇ ਨਾਮ, ਇਹ ਤੇ ਪਹਿਲੀ ਕਲਾਸ ਦੀ ਪੜ੍ਹਾਈ ਆ। ਹਜੇ ਤੇ ਇਹ ਪੜ੍ਹਾਉਣੀ ਪੈਣੀ ਆ, ਫਿਰ ਅਗਲੀ ਪੜ੍ਹਾਈ ਸ਼ੁਰੂ ਹੋਣੀ ਆ। ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਬੱਚਿਆਂ ਦਾ ਰੁਝਾਨ, ਧਿਆਨ ਇਸ ਪਾਸੇ ਨੂੰ ਆਵੇ। ਅਸੀਂ ਜਿਸ ਗੁਰੂ ਨੇ ਤਰੁੱਠ ਕੇ ਸਾਡੇ ਤੇ ਰਹਿਮਤਾਂ ਕਰਨੀਆਂ, ਅਸੀਂ ਉਹ ਗੁਰੂ ਵਾਲੇ ਬਣੀਏ। ਹੁਣ ਪੰਕਤੀ ਵੱਲ ਧਿਆਨ ਦੇਣਾ। ਮਹਾਰਾਜ ਨੇ ਆਖਿਆ ਸੀ ਪਿਤਾ ਜਾਤ ਤਾਂ ਹੋਈ ਹੈ। ਤੁਸੀਂ ਕਿਹੜੇ ਪਿਤਾ ਦੇ ਹੋ ਇਹ ਤਾਂ ਪਤਾ ਲੱਗਣਾ। ਤੁਸੀਂ ਕਿਹੜੇ ਪਿਤਾ ਦੇ ਹੋ ਇਹ ਤਾਂ ਪਤਾ ਲੱਗੇਗਾ। ਗੁਰ ਤੁੱਠਾ ਕਰੇ ਪਸਾਓ। ਪਸਾਓ ਮੈਨੇ ਮਿਹਰ, ਕਿਰਪਾ। ਜਦੋਂ ਗੁਰੂ ਤਰੁੱਠ ਕੇ ਤੁਹਾਡੇ ਤੇ ਮਿਹਰ ਕਰੇਗਾ, ਤੇ ਗੁਰੂ ਤਰੁੱਠ ਕੇ ਮਿਹਰ ਕਿੱਥੇ ਕਰੇਗਾ? ਸੰਤ ਜਨਾਂ ਦੇ ਵਿੱਚ, ਗੁਰਮੁਖ ਜਨਾਂ ਦੇ ਵਿੱਚ। ਤਾਂ ਹੀ ਤੇ ਮਹਾਰਾਜ ਨੇ ਆਖਿਆ ਸੀ ਸੰਤ ਜਨਾਂ ਵਿਣ ਭਾਈਆਂ। ਆ ਗੁਰਮੁਖ ਭਾਈਆਂ ਤੋਂ ਬਿਨਾਂ ਹਰ ਕਿਨੇ ਨਾ ਪਾਇਆ। ਕਿਸੇ ਨੇ ਵੀ ਉਹਦੇ ਨਾਮ ਨੂੰ ਨਹੀਂ ਪਾਇਆ ਹੈ, ਕਿਉਂਕਿ ਉਹਦੀ ਹਾਲਤ ਇਦਾਂ ਦੀ ਹੈ ਜਿਉਂ ਵੇਸਵਾ ਪੁੱਤ ਨੇ ਨਾਓ। ਇਸ ਲਈ ਗੁਰੂ ਸਾਹਿਬ ਨੇ ਆਖਿਆ ਪਿਤਾ ਦੇ ਤੁਸੀਂ ਤਾਂ ਹੀ ਅਖਵਾ ਸਕਦੇ ਹੋ, ਤਾਂ ਹੀ ਤੁਸੀਂ ਜਿਹੜਾ ਉਹ ਅਖਵਾ ਸਕਦੇ ਹੋ ਕਿ ਅਸੀਂ ਪਰਮ ਪਿਤਾ ਪਰਮੇਸ਼ਵਰ ਦੇ ਹਾਂ। ਜਦੋਂ ਗੁਰੂ ਤਰੁੱਠ ਕੇ ਤੁਹਾਡੇ ਤੇ ਆਪਣੀ ਮਿਹਰ ਕਰਕੇ ਤੁਹਾਨੂੰ ਨਾਮ ਦੀ ਬਖਸ਼ਿਸ਼ ਦੇਣਗੇ। ਵੱਡ ਭਾਗੀ ਗੁਰ ਪਾਇਆ। ਗੁਰੂ ਸਾਹਿਬ ਦੇ ਦਰ ਤੇ ਆ ਕੇ ਵੱਡੇ ਭਾਗਾਂ ਦੇ ਨਾਲ ਜਿਨੇ ਅੰਦਰ ਨਾਮ ਦੀ ਬਖਸ਼ਿਸ਼ ਪਾ ਲਈ। ਧਿਆਨ ਰੱਖਿਓ, ਵੱਡੇ ਭਾਗ ਇੱਥੇ ਆਉਣ ਤੋਂ ਬਾਅਦ ਹੋਣੇ ਨੇ। ਅਸੀਂ ਸੋਚਦੇ ਹਾਂ ਵੀ ਵੱਡੇ ਭਾਗ ਹੋਣਗੇ ਤਾਂ ਗੁਰੂ ਘਰ ਜਾਵਾਂਗੇ। ਵੱਡੇ ਭਾਗ ਹੋਣ ਤਾਂ ਹੀ ਤੇ ਗੁਰੂ ਘਰ ਆਉਣਾ। ਆਪਾਂ ਗੁਰੂ ਦੇ ਦਰ ਤੇ ਆ ਕੇ ਸੰਗਤ ਵਿੱਚ ਬੈਠਣਾ ਹੀ ਵੱਡੇ ਭਾਗ ਨੇ। ਹੁਣ ਕਹਿੰਦੇ ਨੇ ਵੱਡ ਭਾਗੀ ਗੁਰ ਪਾਇਆ। ਵੱਡ ਭਾਗੀ ਦਾ ਅਰਥ ਵੱਡੇ ਭਾਗਾਂ ਵਾਲਿਆਂ ਨੇ। ਗੁਰ ਪਾਇਆ, ਗੁਰੂ ਕੋਲੋਂ ਪਾਇਆ। ਕੀ ਪਾਇਆ? ਹਰ ਅਹਨਸ ਲਾਗਾ ਭਾਓ। ਜਦੋਂ ਨਾਮ ਪਾ ਲਿਆ ਨਾ, ਉਹਨਾਂ ਦੇ ਅੰਦਰ ਦਿਨ ਰਾਤ ਭਾਓ, ਭਾਵਨਾ ਉਹਨਾਂ ਦੇ ਅੰਦਰ ਬਣ ਗਈ। ਉਹ ਹੁਣ ਉਹਨਾਂ ਅੰਦਰ ਚਾਓ ਪੈਦਾ ਹੋ ਗਿਆ। ਹੁਣ ਗੁਣ ਗਾਵਾਂ, ਦਿਨ ਰਾਤ ਵਾਲਾ ਚਾਓ ਪੈਦਾ ਹੋ ਗਿਆ। ਅਹਨਿਸ ਦਿਨ ਤੇ ਰਾਤ, ਰਾਤ ਤੇ ਦਿਨ। ਹੁਣ ਦਿਨ ਰਾਤ ਅੰਦਰ ਭਾਓ ਬਣਿਆ ਰਹਿੰਦਾ, ਪ੍ਰੇਮ ਬਣਿਆ ਰਹਿੰਦਾ। ਹੁਣ ਦਿਨ ਰਾਤ ਅੰਦਰ ਭਾਵਨਾ ਬਣੀ ਰਹਿੰਦੀ ਆ। ਹੁਣ ਭਾਵਨਾ ਦਾ ਜਨਮ ਕਿੱਥੋਂ ਹੋਇਆ? ਚਾਓ ਤੋਂ। ਜਦੋਂ ਅੰਦਰ ਚਾਹਤ ਪੈਦਾ ਹੋਈ। ਤੇ ਚਾਹਤ ਕਿਵੇਂ ਪੈਦਾ ਹੋਈ? ਆ ਗੁਰਮੁਖਾਂ ਨੂੰ ਵੇਖ ਕੇ। ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਮੈਨੂੰ ਵੀ ਕਿਤੇ ਆ ਰਾਤ, ਮੈਨੂੰ ਵੀ ਕਿਤੇ ਆ ਸਮਾਂ ਮਿਲੇਗਾ ਨਾਮ ਜਪਣ ਵਾਸਤੇ। ਜਿਹੜਾ 10 ਵਜੇ 12 ਵਜੇ ਤੱਕ ਵੀ ਸੁੱਤਾ ਰਹਿੰਦਾ ਹੈ, ਤੇ ਜਦੋਂ ਉਹ ਗੁਰਮੁਖਾਂ ਬਾਰੇ ਸੁਣਦਾ ਵੀ, ਉਹ ਤੇ 2 ਵਜੇ ਉੱਠ ਜਾਂਦੇ ਆ। ਉਹ ਤਾਂ ਭਿੰਨੀ ਰੈਣੜੀਏ ਚਮਕਣ ਤਾਰੇ ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਤੇ ਜਦੋਂ ਉਹ ਸੁਣਦਾ ਤੇ ਉਹ ਮਨ ਵਿੱਚ ਕਹਿੰਦਾ ਵੀ ਮੈਂ ਵੀ ਕਦੀ ਇਹਨਾਂ ਵਰਗਾ ਬਣਾਂਗਾ, ਮੈਂ ਵੀ ਕਦੇ ਉੱਠਾਂਗਾ ਅੰਮ੍ਰਿਤ ਵੇਲੇ ਉੱਠ ਕੇ ਤੇ ਗੁਰਮੁਖਾਂ ਦੀ ਸੰਗਤ ਕਰਾਂਗਾ। ਪਰ ਜਦੋਂ ਇਹ ਭਾਵਨਾ ਬਣਾਏਗਾ, ਫਿਰ ਅੱਗੋਂ ਕਿਰਪਾ ਤਾਂ ਮਾਲਕ ਦੀ ਹੋਣੀ ਹੈ। ਇਸ ਲਈ ਸਾਹਿਬ ਜੀ ਨੇ ਆਖਿਆ ਕਿ ਜਿਹੜੀ ਤੂੰ ਜਾਤੀ ਦਾ ਹੈ ਨਾ,
ਤੂੰ ਆਪਣੇ ਪਿਤਾ ਦਾ ਬਣ। ਤੇ ਪਿਤਾ ਇੱਕੋ ਹੀ ਹੈ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਅਸੀਂ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਦੇ ਹਾਂ, ਇਸ ਲਈ ਉਹ ਤਾਂ ਅਸੀਂ ਜਾਣਾਂਗੇ ਜੇ ਗੁਰੂ ਤਰੁੱਠ ਕੇ ਸਾਡੇ ਤੇ ਕਿਰਪਾ ਕਰਨਗੇ। ਤੇ ਗੁਰੂ ਦੇ ਦਰ ਤੇ ਜਿਹੜੇ ਭਾਗਾਂ ਵਾਲੇ ਹੋਣਗੇ ਉਹ ਫਿਰ ਉਹਨਾਂ ਅੰਦਰ ਭਾਉ ਪੈਦਾ ਹੋਏਗਾ, ਪ੍ਰੇਮ ਪੈਦਾ ਹੋਏਗਾ। ਉਹ ਦਿਨ ਰਾਤ ਮਾਲਕ ਦੇ ਗੁਣ ਫਿਰ ਗਾਉਂਦੇ ਹਨ। ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ। ਗੁਰੂ ਮਹਾਰਾਜ ਨੇ ਇੱਥੇ ਜਨ ਨਾਨਕ ਕੱਕੇ ਨੂੰ ਸਿਹਾਰੀ ਲੱਗ ਗਈ। ਜਦੋਂ ਕੱਕੇ ਨੂੰ ਸਿਹਾਰੀ ਲੱਗ ਗਈ ਤੇ ਨਾਨਕ ਨੇ, ਇੱਥੇ ਹੁਣ ਆਪਣੀ ਵੀ ਗੱਲ ਗੁਰੂ ਰਾਮਦਾਸ ਜੀ ਕਰ ਰਹੇ ਆ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਔਰ ਕਿੱਥੇ ਆ ਕੇ ਕਿਵੇਂ ਗੁਰ ਤੁੱਠਾ ਕਰੇ ਪਸਾਓ, ਕਿਵੇਂ ਗੁਰੂ ਨੇ ਤਰੁੱਠ ਕੇ ਆਪਣੀ ਮਿਹਰ ਕੀਤੀ ਭਾਈ ਜੇਠਾ ਜੀ ਉੱਤੇ। ਸਾਹਿਬ ਕਹਿੰਦੇ ਨੇ ਮੈਂ ਵੀ ਜਨ ਬਣ ਕੇ ਬ੍ਰਹਮ ਨੂੰ ਪਛਾਣਿਆ ਹੈ। ਕੇਵਲ ਤੁਹਾਨੂੰ ਨਹੀਂ ਕਹਿ ਰਿਹਾ ਵੀ ਇਸ ਬ੍ਰਹਿਮੰਡ ਵਿੱਚ ਬ੍ਰਹਮ ਨੂੰ ਸਮਝੋ ਕਿ ਅਸਲ ਵਿੱਚ ਬ੍ਰਹਮ ਕੌਣ ਹੈ। ਤੁਹਾਨੂੰ ਇਸ ਬ੍ਰਹਮ ਦੇ ਨਾਮ ਤੇ ਬ੍ਰਹਿਮੰਡ ਵਿੱਚ ਹੀ ਉਲਝਾ ਕੇ ਰੱਖ ਦਿੱਤਾ ਗਿਆ। ਤੁਹਾਨੂੰ ਆਖਿਆ ਬ੍ਰਹਿਮੰਡ ਵਿੱਚ ਫਲਾਣੀ ਥਾਂ ਤੇ ਜਾਓ ਬ੍ਰਹਮ ਮਿਲੇਗਾ, ਫਲਾਣੀ ਥਾਂ ਤੇ ਜਾਓ ਬ੍ਰਹਮ ਮਿਲੇਗਾ, ਪੂਰਬ ਵਾਲੇ ਪਾਸੇ ਜਾਓ, ਉੱਤਰ ਵਾਲੇ ਪਾਸੇ ਜਾਓ, ਦੱਖਣ ਵਾਲੇ ਪਾਸੇ ਜਾਓ, ਬ੍ਰਹਮ ਮਿਲੇਗਾ। ਪਰ ਗੁਰੂ ਸਾਹਿਬ ਕਹਿੰਦੇ ਆ ਨਹੀਂ, ਜਦੋਂ ਗੁਰੂ ਨੇ ਤਰੁੱਠ ਕੇ ਸਮਝਾਇਆ ਤੇ ਪਤਾ ਲੱਗਾ ਜੋ ਬ੍ਰਹਿਮੰਡੈ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਤੂੰ ਬ੍ਰਹਮ ਨੂੰ ਬ੍ਰਹਿਮੰਡ ਚੋਂ ਨਹੀਂ, ਤੂੰ ਬ੍ਰਹਮ ਨੂੰ ਆਪਣੇ ਅੰਦਰ ਖੋਜਣਾ ਸੀ। ਪਰ ਨਹੀਂ ਪਤਾ ਹੋਣ ਕਰਕੇ ਸਾਨੂੰ ਉਲਝਾ ਦਿੱਤਾ ਗਿਆ, ਗੁੰਮਰਾਹ ਕਰ ਦਿੱਤਾ ਗਿਆ। ਅਸੀਂ ਗੁੰਮਰਾਹ ਹੋ ਵੀ ਗਏ, ਉਲਝ ਵੀ ਗਏ, ਐਸਾ ਉਲਝ ਗਏ ਕਿ ਪਰਤ ਕੇ ਵਾਪਸ ਆਉਣਾ ਹੀ ਅਸੀਂ ਭੁੱਲ ਗਏ ਹਾਂ। ਕਈ ਐਸੇ ਨੇ ਜਿਹੜੇ ਸਾਨੂੰ ਗੁਰੂ ਨਾਲੋਂ ਤੋੜਨ ਦੀ ਕੋਸ਼ਿਸ਼ ਵਿੱਚ ਲੱਗੇ ਆ, ਕੋਈ ਸ਼ੱਕ ਨਹੀਂ ਇਹਦੇ 'ਚ। ਦਿਨ ਰਾਤ ਕੋਸ਼ਿਸ਼ ਲੱਗੀ ਪਈ ਹੈ ਵੀ ਤੁਸੀਂ ਗੁਰੂ ਤੋਂ ਮੁੱਖ ਮੋੜ ਲਵੋ, ਗੁਰਬਾਣੀ ਤੋਂ ਮੁੱਖ ਫੇਰ ਲਵੋ ਤੁਸੀਂ। ਤੇ ਉਹ ਆਪਣੇ ਆਪਣੇ ਅਡੰਬਰ ਰਚ ਕੇ ਇਸ ਤਰ੍ਹਾਂ ਦੇ ਸੀਨ ਬਣਾ ਕੇ ਤੁਹਾਨੂੰ ਦਿਖਾ ਰਹੇ ਆ ਕਿ ਚੰਗਾ ਭਲਾ ਬੰਦਾ ਵੀ ਵੇਖ ਕੇ ਉਹਨਾਂ ਵੱਲ ਖਿੱਚਿਆ ਜਾਂਦਾ ਹੈ, ਕਿਉਂਕਿ ਉਹਨਾਂ ਨੇ ਸੀਨ ਹੀ ਇਦਾਂ ਦੇ ਬਣਾ ਦਿੱਤੇ। ਉਹਨਾਂ ਨੇ ਕਲਿੱਪ ਹੀ ਐਸੇ ਤਿਆਰ ਕਰ ਦਿੱਤੇ, ਜਦੋਂ ਤੁਸੀਂ ਵੇਖੋਗੇ ਤੁਹਾਨੂੰ ਖਿੱਚ ਪੈਦਾ ਹੋਏਗੀ। ਇਹੀ ਤੇ ਚਾਹੁੰਦੇ ਨੇ ਉਹ ਕਿ ਜੋ ਅਸੀਂ ਸੀਨ ਬਣਾ ਕੇ ਤੁਹਾਨੂੰ ਦਿਖਾਇਆ, ਤੁਸੀਂ ਉਹਦੇ ਵਿੱਚ ਤੁਹਾਡੀ ਸੁਰਤ ਅਟਕ ਜਾਏ ਤੇ ਤੁਸੀਂ ਗੁਰੂ ਵੱਲ ਮੁੱਖ ਹੀ ਕੋਈ ਨਾ ਕਰੋ। ਬਹੁਤ ਨੇ ਐਸੇ ਜਿਨ੍ਹਾਂ ਨੂੰ ਇਸ ਤਰ੍ਹਾਂ ਗੁੰਮਰਾਹ ਕਰ ਦਿੱਤਾ ਗਿਆ। ਪਰ ਕੋਸ਼ਿਸ਼ ਕਰੀਏ ਕਿ ਸਾਨੂੰ ਆਪਣੇ ਪਿਤਾ ਦੀ ਸੋਝੀ ਰਵੇ, ਸਮਝ ਰਵੇ, ਅਸੀਂ ਗੁੰਮਰਾਹ ਨਾ ਹੋ ਸਕੀਏ। ਤਾਂ ਹੀ ਸਾਨੂੰ ਇਹ ਅੰਮ੍ਰਿਤ ਬਾਣੀ ਦਿੱਤੀ ਹੈ। ਮਹਾਰਾਜ ਕਹਿੰਦੇ ਮੈਂ ਵੀ ਜਨ ਬਣ ਕੇ ਬ੍ਰਹਮ ਨੂੰ ਪਛਾਣਿਆ। ਜਦੋਂ ਮੈਂ ਲਾਹੌਰ ਤੋਂ ਚੱਲ ਕੇ ਨਾਨੀ ਦੇ ਕੋਲ ਆਇਆ, ਬਾਸਰ ਕੇ ਪਿੰਡ, ਤੇ ਬਾਸਰ ਕੇ ਤੋਂ ਫਿਰ ਗੋਇੰਦਵਾਲ ਸਾਹਿਬ ਆਇਆ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ ਵਿੱਚ। ਇੱਥੇ ਫਿਰ ਜਨ ਬਣ ਕੇ ਆਪਣੇ ਆਪ ਨੂੰ ਘੜਿਆ। ਜਿਵੇਂ ਜਿਵੇਂ ਗੁਰੂ ਸਾਹਿਬ ਕਹਿੰਦੇ ਗਏ ਮੈਂ ਸ਼ਬਦ ਦੀ ਟਕਸਾਲ ਵਿੱਚ ਘੜਦਾ ਗਿਆ। ਇੱਕ ਦਿਨ ਫਿਰ ਜਦੋਂ ਘੜਿਆ ਗਿਆ, ਮੈਂ ਵੀ ਜਨ ਬਣ ਕੇ ਬ੍ਰਹਮ ਨੂੰ ਪਛਾਣਿਆ। ਤੇ ਜਦੋਂ ਬ੍ਰਹਮ ਨੂੰ ਪਛਾਣਿਆ, ਗੁਰ ਤੁੱਠਾ ਕਰੇ ਪਸਾਓ। ਗੁਰੂ ਇੰਨਾ ਤਰੁੱਠ ਗਿਆ, ਇੰਨਾ ਤਰੁੱਠ ਗਿਆ ਕਿ ਹਰ ਕੋਈ ਕਹਿੰਦਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਇੱਕ ਦਿਨ ਇਹ ਵੀ ਬੇਨਤੀ ਕੀਤੀ ਸੀ, ਆ ਜਿਹਨੂੰ ਤੁਸੀਂ ਆਪਣੇ ਹੱਥ ਦੀਆਂ ਰੇਖਾ ਦਿਖਾਉਣ ਲਈ ਅੱਗੇ ਕਰਦੇ ਹੋ, ਉਹਨੂੰ ਪੁੱਛੋ ਕਿ ਇਹ ਹੱਥ ਦੀਆਂ ਰੇਖਾ ਬਣਾਈਆਂ ਕਿਹਨੇ ਨੇ? ਬਣਾਉਣ ਵਾਲਾ ਕੋਈ ਹੋਰ ਹੈ, ਦਿਖਾਉਂਦੇ ਕਿਸੇ ਹੋਰ ਨੂੰ ਪਏ ਆ। ਸਾਡੀ ਬਣਤਰ ਬਣਾਈ ਕਿਸੇ ਹੋਰ ਨੂੰ ਹੈ। ਨੱਕ ਕਿਸੇ ਅੱਗੇ ਰਗੜੀ ਜਾਂਦੇ ਆ, ਮੱਥੇ ਕਿਸੇ ਅੱਗੇ ਟੇਕੀ ਜਾਂਦੇ ਆ, ਹੱਥ ਕਿਸੇ ਅੱਗੇ ਜੋੜੀ ਜਾਂਦੇ ਆ, ਕਿਉਂਕਿ ਸਾਨੂੰ ਆਪਣੇ ਪਿਤਾ ਦੀ ਹੋਈ ਨਹੀਂ ਪਛਾਣ, ਸਾਨੂੰ ਆਪਣੇ ਪਿਤਾ ਦੀ ਹੋਈ ਨਹੀਂ ਸਮਝ। ਅਸੀਂ ਅਧੂਰੀ ਤੇ ਕੱਚੀ ਬਾਣੀ ਦਾ ਰੁਝਾਨ ਆਪਣੇ ਅੰਦਰ ਬਣਾ ਕੇ ਬੈਠੇ ਆ। ਭਾਈ ਗੁਰਦਾਸ ਜੀ ਦੀ ਗੱਲ ਚੇਤੇ ਰੱਖਣੀ ਸੀ ਕਿ ਉਹ ਸੁਹਾਗਣ ਕਾਹਦੀ ਹੈ ਜਿਹਨੂੰ ਆਪਣੇ ਸੁਹਾਗ ਦੀ ਆਵਾਜ਼ ਹੀ ਨਹੀਂ ਪਤਾ ਹੈ।
ਉਹ ਪਤਨੀ ਕਾਹਦੀ ਜਿਹਨੂੰ ਆਪਣੇ ਪਤੀ ਦੀ ਆਵਾਜ਼ ਪਛਾਣ ਵਿੱਚ ਨਾ ਆਵੇ। ਅਸੀਂ ਕਾਹਦੇ ਖਸਮ ਵਾਲੇ ਹਾਂ ਜੇ ਸਾਨੂੰ ਖਸਮ ਦੀ ਬਾਣੀ ਦੀ ਪਛਾਣ ਨਹੀਂ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਇਹ ਖਸਮ ਦੀ ਬਾਣੀ ਸੀ ਨਾ। ਪਰ ਜੇ ਸਾਨੂੰ ਖਸਮ ਦੀ ਬਾਣੀ ਨਹੀਂ ਪਛਾਣ ਦੇ ਵਿੱਚ, ਫਿਰ ਅਸੀਂ ਕਾਹਦੇ ਮਾਲਕ ਵਾਲੇ ਹਾਂ, ਕਾਹਦੇ ਖਸਮ ਵਾਲੇ ਹਾਂ। ਜੇ ਪਤਨੀ ਨੂੰ ਪਤੀ ਦੀ ਆਵਾਜ਼ ਨਹੀਂ ਪਛਾਣਦੇ, ਉਹ ਕਾਹਦੀ ਪਤਨੀ ਹੈ। ਇਸ ਲਈ ਸਾਨੂੰ ਸਾਡੇ ਪਿਤਾ ਦਾ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਇਹ ਰਚਨਾ ਕਿਹਨੇ ਰਚੀ ਹੈ, ਸਾਨੂੰ ਇਹ ਜਨਮ ਕਿਹਨੇ ਦਿੱਤਾ ਹੈ। ਸਾਹਿਬ ਜੀ ਕਹਿੰਦੇ ਜੇ ਮੈਂ ਬ੍ਰਹਮ ਨੂੰ ਪਛਾਣਿਆ ਨਾ, ਤਾਂ ਹੀ ਤੁਹਾਨੂੰ ਕਹਿ ਰਿਹਾ ਕਿ ਬ੍ਰਹਮ ਦੀ ਪਛਾਣ ਗੁਰੂ ਦੀ ਕਿਰਪਾ ਨਾਲ ਹੋਣੀ ਹੈ। ਗੁਰੂ ਕੌਣ ਹੈ? ਬਾਣੀ ਗੁਰੂ। ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਦੀ ਕਿਰਪਾ ਨਾਲ ਬ੍ਰਹਮ ਦੀ ਪਛਾਣ ਹੋਣੀ ਹੈ। ਪਰ ਅਸੀਂ ਕੀ ਕੀਤਾ? ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਤਾਂ ਬ੍ਰਹਮ ਦੀ ਵਿਚਾਰ ਸੀ। ਇਸ ਲਈ ਗੁਰੂ ਸਾਹਿਬ ਨੇ ਆਖਿਆ ਜਨ ਨਾਨਕ ਬ੍ਰਹਮ ਪਛਾਣਿਆ। ਨਾਨਕ ਨੇ ਜਨ ਬਣ ਕੇ ਬ੍ਰਹਮ ਨੂੰ ਪਛਾਣਿਆ, ਭਾਵ ਗੁਰੂ ਰਾਮਦਾਸ ਜੀ ਕਹਿ ਰਹੇ ਆ। ਇਸ ਲਈ ਕੀ ਕਰੋ? ਹਰ ਕੀਰਤ ਕਰਮ ਕਮਾਓ। ਇਹ ਗੁਰਮੁਖ ਜਨੋ, ਸਤ ਸੰਗੀ ਜਨੋ, ਇਹ ਦੁਨੀਆ ਦੇ ਲੋਕੋ, ਐਵੇਂ ਭਰਮ ਜਾਲ ਵਿੱਚ ਪੈ ਕੇ ਉਲਝ ਨਾ ਜਾਓ। ਆਓ ਗੁਰੂ ਸਾਹਿਬ ਦੇ ਦਰ ਤੇ ਗੁਰਮੁਖਾਂ ਦੀ ਸੰਗਤ ਕਰੋ, ਤੇ ਗੁਰਮੁਖਾਂ ਦੀ ਸੰਗਤ ਕਰਕੇ ਹਰ ਕੀਰਤ ਕਰਮ ਕਮਾਓ। ਆ ਕਰਮ ਕਮਾਓ, ਉਹਦੀ ਕੀਰਤੀ ਕਰੋ। ਕੀਰਤ ਦੇ ਤੱਤੇ ਨੂੰ ਸਿਹਾਰੀ ਹੈ ਕੀਰਤੀ। ਉਹਦੀ ਉਸਤਤੀ ਕਰੋ, ਉਹਦੀ ਸਿਫਤ ਕਰੋ, ਆਪਣੇ ਮਾਲਕ ਦੀ ਉਸਤਤ ਕਰੋ। ਤੁਸੀਂ ਹੋਵੇ ਸਿਫਤ ਖਸਮ ਦੀ, ਜਿਹੜਾ ਸਾਡਾ ਅਸਲ ਵਿੱਚ ਖਸਮ ਹੈ ਨਾ, ਉਹਦੀ ਸਿਫਤ ਕਰਾਂਗੇ ਤਾਂ ਸਫਲਤਾ ਮਿਲਣੀ ਹੈ। ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਛਟੀਐ, ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਗੁਰਬਾਣੀ ਸਾਨੂੰ ਬ੍ਰਹਮ ਦੀ ਪਛਾਣ ਕਰਵਾਉਂਦੀ ਹੈ, ਕਿਉਂਕਿ ਇਹ ਬ੍ਰਹਮ ਦੀ ਹੀ ਵਿਚਾਰ ਹੈ। ਇਸ ਲਈ ਗੁਰੂ ਰਾਮਦਾਸ ਜੀ ਨੇ ਸਾਰੀਆਂ ਗੱਲਾਂ ਸਮਝਾਉਣ ਤੋਂ ਬਾਅਦ ਇੱਕੋ ਹੀ ਗੱਲ ਸਮਝਾਈ ਕਿ ਤੁਸੀਂ ਵੀ ਗੁਰਮੁਖ ਬਣੋ, ਸਤ ਸੰਗਤ ਕਰੋ, ਤੇ ਇਹ ਸਾਰੇ ਭਾਈਆਂ ਦੇ ਨਾਲ ਰਲ ਕੇ ਉਸ ਮਾਲਕ ਦੀ ਉਸਤਤ ਜਿਹੜੀ ਹੈ ਕਰਨ ਵਾਲਾ ਕਰਮ ਕਮਾਓ, ਤਾਂ ਤੁਹਾਡਾ ਜੀਵਨ ਇਹ ਲੇਖੇ ਵਿੱਚ ਲੱਗਣਾ ਹੈ। ਤੁਸੀਂ ਭਾਗਾਂ ਵਾਲੇ ਹਾਂ ਜੋ ਐਸੇ ਗੁਰੂ ਸਾਹਿਬ ਜੀ ਦੇ ਦਰ ਤੇ ਗੁਰਮੁਖਾਂ ਦੀ ਸੰਗਤ ਵਿੱਚ ਬੈਠਣਾ ਸਾਨੂੰ ਨਸੀਬ ਹੁੰਦਾ ਹੈ। ਉਹਨਾਂ ਨੂੰ ਵੀ ਮਾਲਕ ਜੀ ਕਿਰਪਾ ਕਰਨ ਜਿਹੜੇ ਭਾਗਹੀਨ ਭਰਮ ਚੋਟਾਂ ਖਾਵੇਂ, ਜਿਹੜੇ ਭਾਗ ਤੋਂ ਹੀਣੇ ਭਟਕ ਕੇ ਦਰ ਦਰ ਦੀਆਂ ਠੋਕਰਾਂ ਖਾਂਦੇ ਆ, ਉਹਨਾਂ ਨੂੰ ਵੀ ਕਿਤੇ ਸਮੱਤ ਮਿਲ ਜਾਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਮੰਗਦਿਆਂ ਆਪਣੇ ਜੀਵਨ ਵਿੱਚ ਵੀ ਇਹ ਖੈਰ ਮੰਗਣੀ ਹੈ। ਆਪਾਂ ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਇਹ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨਾਂ 'ਚ ਕਰੀਏ ਤਾਂ ਕਿ ਇਹ ਚਾਓ ਸਾਡੇ ਅੰਦਰ ਬਣਿਆ ਰਵੇ।
ਤੇ ਇੱਕ ਦਿਨ ਭਾਵਨਾ ਵਿੱਚ ਭਿੱਜਿਆਂ ਨੂੰ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਇਹ ਮਿਲਾਪ ਹੋ ਜਾਏ ਤੇ ਵਿਛੋੜਾ ਸਾਡਾ ਮੁੱਕ ਜਾਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਮੁਬਾਰਕ ਹੈ ਜੋ ਗੁਰੂ ਸਾਹਿਬ ਜੀ ਆਪ ਜੀ ਤੇ ਮਿਹਰ ਦਾ ਹੱਥ ਰੱਖ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਵਾ ਕੇ ਸਤ ਸੰਗਤ ਵਿੱਚ ਜੁੜਨ ਦਾ ਬਲ ਬਖਸ਼ਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ। ਵਡ ਭਾਗੀ ਗੁਰ ਪਾਇਆ, ਹਰ ਅਹਨਸ ਲੱਗਾ ਪਾਓ। ਜਨ ਨਾਨਕ ਬ੍ਰਹਮ ਪਛਾਣਿਆ, ਹਰ ਕੀਰਤ ਕਰਮ ਕਮਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।